Hello everyone, I am Lakhvinder Singh from Kanti Academy, ਮੁਕਤਸਰ। ਅੱਜ ਦਾ ਆਪਣਾ ਟੌਪਿਕ ਆ ਕੰਪਾਊਂਡ ਇੰਟਰਸਟ। ਇਸ ਤੋਂ ਪਹਿਲਾਂ ਆਪਾਂ ਸਿੰਪਲ ਇੰਟਰਸਟ ਕੀਤਾ ਸੀ, ਜਿਹਦੀਆਂ 4 ਵੀਡੀਓਜ਼ ਆਈਆਂ ਸੀ। ਠੀਕ ਹੈ ਜੀ, ਉਹ ਦੇਖਣੀਆਂ ਜ਼ਰੂਰੀ ਆ ਜੇਕਰ ਤੁਸੀਂ ਕੰਪਾਊਂਡ ਇੰਟਰਸਟ ਨੂੰ ਸਮਝਣਾ ਚਾਹੁੰਦੇ। ਜੇ ਤੁਸੀਂ ਚਾਰੇ ਵੀਡੀਓਜ਼ ਨਹੀਂ ਦੇਖ ਸਕਦੇ ਤਾਂ ਪਹਿਲਾਂ 2 ਵੀਡੀਓਜ਼ ਫਸਟ ਵਾਲੀਆਂ ਜ਼ਰੂਰ ਦੇਖੋ, ਜਿਹੜੀਆਂ ਦੇ ਵਿੱਚ ਮੈਂ ਬੇਸਿਕ ਕਰਵਾਇਆ ਸਿੰਪਲ ਇੰਟਰਸਟ। ਠੀਕ ਹੈ ਜੀ, ਓਕੇ। ਅੱਜ ਆਪਾਂ ਫਸਟ ਵੀਡੀਓ ਲੈ ਕੇ ਆਏ ਹਾਂ, ਜਿਹਦੇ ਵਿੱਚ ਆਪਾਂ ਸਿਰਫ ਬੇਸਿਕ ਹੀ ਕਰਾਂਗੇ, ਬਹੁਤ ਹੀ ਜ਼ਿਆਦਾ ਬੇਸਿਕ, ਕਿਉਂਕਿ ਇਹ ਥੋੜ੍ਹਾ ਜਿਹਾ ਔਖਾ ਚੈਪਟਰ ਹੁੰਦਾ, ਟਫ ਹੁੰਦਾ। ਟਫ ਮਤਲਬ ਕਿ ਉੱਦਾਂ ਟਫ ਨਹੀਂ ਵੀ ਸਮਝ ਨਹੀਂ ਆਉਂਦਾ, ਟਫ ਹੁੰਦਾ ਵੀ ਇਹਦੀ ਕੈਲਕੂਲੇਸ਼ਨ ਟਫ ਹੁੰਦੀ ਹੈ ਦੂਸਰਿਆਂ ਨਾਲੋਂ। ਇਹਦੇ 'ਚ ਕੈਲਕੂਲੇਸ਼ਨ ਇੰਨੀ ਜ਼ਿਆਦਾ ਵਾਸਟ ਚਲੀ ਜਾਂਦੀ ਹੈ ਵੀ ਬੰਦੇ ਦਾ ਵੈਸੇ ਹੀ ਜੀ ਕਰਦਾ ਵੀ ਸਮਝ ਛੱਡ ਦਈਏ, ਕੀ ਲੈਣਾ ਕਰਕੇ। ਠੀਕ ਹੈ ਜੀ, ਚਲੋ ਆਪਾਂ ਬੇਸਿਕ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਿੰਪਲ ਤੇ ਕੰਪਾਊਂਡ ਦਾ ਡਿਫਰੈਂਸ ਸਮਝਦੇ ਹਾਂ ਵੀ ਸਿੰਪਲ ਤੇ ਕੰਪਾਊਂਡ ਦੇ ਵਿੱਚ ਅਸਲ ਦੇ ਵਿੱਚ ਡਿਫਰੈਂਸ ਕੀ ਹੁੰਦਾ। ਠੀਕ ਹੈ ਜੀ, ਸਿੰਪਲ ਜਿਹੜਾ ਇੰਟਰਸਟ ਹੁੰਦਾ ਉਹਨੂੰ ਬੋਲਦੇ ਹਾਂ ਜੀ ਆਪਾਂ ਸਧਾਰਨ ਵਿਆਜ, ਜਿਹੜਾ ਕਿ ਸਿਰਫ ਮੂਲ ਧਨ ਉੱਤੇ ਹੀ ਲੱਗਦਾ। ਵੀ ਜੇ ਮੰਨ ਲਓ ਆਪਾਂ ਕਿਸੇ ਤੋਂ 100 ਰੁਪਈਆ ਉਧਾਰਾ ਲੈ ਲਿਆ, ਭਾਵੇਂ ਉਹ 10 ਸਾਲਾਂ ਵਾਸਤੇ ਆ, ਭਾਵੇਂ 20 ਸਾਲਾਂ ਵਾਸਤੇ ਆ, ਜੋ 10% ਰੇਟ ਲੱਗ ਰਹੀ ਹੈ ਤਾਂ 100 ਦਾ 10% ਕਿੰਨਾ ਹੁੰਦਾ? 10 ਰੁਪਈਏ। ਉਹ 20 ਸਾਲ ਹਰ ਸਾਲ ਸਿਰਫ ਕਿੰਨੇ ਰੁਪਈਏ ਆਈ ਜਾਣਗੇ ਵਿਆਜ ਤੇ? 10-10 ਰੁਪਈਏ ਵਧੂਗਾ ਵਿਆਜ। ਠੀਕ ਹੈ ਜੀ, ਮਤਲਬ ਸਿਰਫ ਔਰ ਸਿਰਫ ਮੂਲ ਧਨ ਦੇ ਉੱਪਰ ਹੀ ਵਿਆਜ ਲੱਗਦਾ। ਜੇ ਤੁਸੀਂ ਕਿਸੇ ਤੋਂ 10,000 ਰੁਪਈਆ ਉਧਾਰਾ ਲੈ ਲਿਆ 4 ਸਾਲਾਂ ਵਾਸਤੇ, ਇਹਦੇ ਤੇ 20% ਉਹ ਆਪਾਂ ਨੂੰ ਇੰਟਰਸਟ ਲਾ ਰਿਹਾ, ਤੇ 10,000 ਦਾ 20% ਹੁੰਦਾ ਜੀ 2,000। ਠੀਕ ਹੈ ਜੀ, ਤੇ ਚਾਰੇ ਸਾਲ ਵਿਆਜ ਕਿੰਨਾ ਆਊਗਾ? 2,000 ਹੀ ਆਊਗਾ ਜੀ। ਓਕੇ, ਇਹ ਹੁੰਦਾ ਆਪਣਾ ਸਿੰਪਲ ਇੰਟਰਸਟ, ਜਿਹਨੂੰ ਬੋਲਦੇ ਆਪਾਂ ਸਧਾਰਨ ਵਿਆਜ। ਇਸ ਲਈ ਸਧਾਰਨ ਤੇ ਸੌਖਾ ਵੀ। ਇਹ ਹੁੰਦਾ ਜੀ ਦੂਸਰਾ ਕੰਪਾਊਂਡ ਇੰਟਰਸਟ। ਕੰਪਾਊਂਡ ਇੰਟਰਸਟ ਨੂੰ ਆਪਾਂ ਬੋਲਦੇ ਆ ਮਿਸ਼ਰਤ ਵਿਆਜ, ਤੇ ਜਾਂ ਫਿਰ ਚੱਕਰਵਰਤੀ ਵਿਆਜ, ਚੱਕਰ ਲਿਆਉਣ ਵਾਲਾ ਵਿਆਜ। ਠੀਕ ਹੈ ਜੀ, ਇਹਦੇ 'ਚ ਕੀ ਹੁੰਦਾ? ਮੰਨ ਲਓ ਜੇ ਆਪਾਂ ਇੱਦਾਂ ਹੀ ਕਿਸੇ ਤੋਂ 10,000 ਰੁਪਈਆ ਉਧਾਰਾ ਲਿਆ, 20% ਆਪਾਂ ਨੂੰ ਆਰ ਲਾ ਰਿਹਾ, ਤਾਂ ਪਹਿਲੇ ਸਾਲ ਦੇਖੋ ਆਪਣੇ ਕੋਲ ਸਿਰਫ ਇੱਕੋ ਹੀ ਰਾਸ਼ੀ ਹੈ 10,000। ਵਿਆਜ ਤਾਂ ਬਣਿਆ ਹੀ ਨਹੀਂ, ਵਿਆਜ ਤਾਂ ਸਾਲ ਬਾਅਦ ਬਣੂਗਾ। ਠੀਕ ਹੈ ਜੀ, ਜਦੋਂ ਇਹਦਾ 20% ਬਣੂਗਾ ਤਾਂ ਕਿੰਨਾ ਹੋ ਗਿਆ? 2,000। ਮਤਲਬ ਕਿ ਜਦੋਂ ਦੂਸਰੇ ਸਾਲ ਦਾ ਵਿਆਜ ਲੱਗੂਗਾ ਤਾਂ ਆਹ ਵਾਲਾ ਵਿਆਜ ਪ੍ਰਿੰਸੀਪਲ ਦੇ ਵਿੱਚ ਜੁੜ ਕੇ ਕਿੰਨਾ ਹੋ ਜਾਊਗਾ? ਪ੍ਰਿੰਸੀਪਲ ਆਪਣਾ 12,000। ਫਿਰ ਇਸ 12,000 ਉੱਪਰ ਵਿਆਜ ਲੱਗੂਗਾ ਜੀ 20%, ਜਿਹਨੂੰ ਆਪਾਂ ਕਵਾਂਗੇ ਜੀ 12,000 ਦਾ 20% ਕਿੰਨਾ ਆ ਗਿਆ ਜੀ? 2,400 ਰੁਪਈਆ। ਫਿਰ ਜਦੋਂ ਤੀਸਰੇ ਸਾਲ ਦਾ ਵਿਆਜ ਲੱਗੂਗਾ ਤਾਂ ਇਹ 2,400 ਫਿਰ ਵਿੱਚ ਜੁੜ ਜੂਗਾ, ਕਿੰਨਾ ਹੋ ਜਾਊਗਾ? 14,400। ਫਿਰ ਆਪਾਂ ਇਹਦੇ ਤੇ 20% ਲਾਵਾਂਗੇ, ਜਿਹੜਾ ਕਿੰਨਾ ਆਊਗਾ? 2,880 ਰੁਪਈਏ। ਇਸ ਤਰੀਕੇ ਨਾਲ ਦੇਖੋ, ਫਸਟ ਸਾਲ ਵਿਆਜ ਆਇਆ 2,000, ਦੂਸਰੇ ਸਾਲ ਆਇਆ ਵਿਆਜ 2,400, ਤੀਸਰੇ ਸਾਲ ਕਿੰਨਾ ਆਇਆ ਵਿਆਜ ਆਪਣੇ ਕੋਲੇ? 2,880। ਮਤਲਬ ਕਿ ਹਰ ਸਾਲ ਵਿਆਜ ਕੀ ਹੁੰਦਾ ਜਾਂਦਾ? ਚੇਂਜ ਹੁੰਦਾ ਜਾਂਦਾ। ਪ੍ਰਿੰਸੀਪਲ ਚੇਂਜ ਹੁੰਦਾ ਜਾਊਗਾ, ਵਿਆਜ ਚੇਂਜ ਹੁੰਦਾ ਜਾਊਗਾ। ਹੁਣ ਤੁਸੀਂ ਕਹੋਗੇ ਪ੍ਰਿੰਸੀਪਲ ਕਿਵੇਂ ਚੇਂਜ ਹੋਊਗਾ? ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਆਪਣਾ ਵਿਆਜ ਆ ਉਹ ਪ੍ਰਿੰਸੀਪਲ ਦੇ ਵਿੱਚ ਐਡ ਹੋ ਜਾਊਗਾ, ਤੇ ਮਤਲਬ ਹਰ ਸਾਲ ਇੱਕ ਨਵਾਂ ਪ੍ਰਿੰਸੀਪਲ ਬਣ ਜਾਂਦਾ। ਠੀਕ ਹੈ ਜੀ, ਮਤਲਬ ਤੁਸੀਂ ਇਹ ਕਹਾਣੀ ਇੱਕ ਸਮਝ ਕੇ ਰੱਖੋ ਜੀ ਵੀ ਪਿਛਲੇ ਸਾਲ ਦੀ ਅਮਾਊਂਟ ਅਗਲੇ ਸਾਲ ਲਈ ਪ੍ਰਿੰਸੀਪਲ ਹੁੰਦਾ। ਕਿਵੇਂ? ਮਾੜਾ ਮੈਂ ਤੁਹਾਨੂੰ ਹਿੰਟ ਦਿੰਦਾ, ਦੇਖੋ। ਮੰਨ ਲਓ 10,000 ਰੁਪਈਆ ਆਪਾਂ ਉਧਾਰਾ ਲਿਆ। ਠੀਕ ਹੈ ਜੀ, ਪਹਿਲੇ ਸਾਲ ਆਪਣਾ ਵਿਆਜ ਕਿੰਨਾ ਬਣਿਆ ਸੀ? 2,000। ਜਦੋਂ ਆਪਾਂ ਪ੍ਰਿੰਸੀਪਲ ਦੇ ਵਿੱਚ ਇੰਟਰਸਟ ਐਡ ਕਰ ਦਿੰਦੇ ਹਾਂ ਤਾਂ ਉਹ ਕੀ ਬਣ ਜਾਂਦੀ ਹੈ? ਅਮਾਊਂਟ ਬਣ ਜਾਂਦੀ ਹੈ। ਮਤਲਬ ਮੰਨ ਲਓ ਜੇ ਆਪਾਂ ਉਹ ਤੋਂ ਸਿਰਫ 1 ਸਾਲ ਵਾਸਤੇ ਪੈਸੇ ਲਏ ਤੇ ਦਿੱਤੇ ਆ, ਤਾਂ ਆਪਣਾ 12,000 ਰੁਪਈਆ ਬਣ ਗਿਆ ਵਾਪਸ ਦੇਣਾ ਉਹਨੂੰ ਸਣੇ ਵਿਆਜ ਦੇ। ਤੇ ਇਹਦਾ ਕੀ ਮਤਲਬ ਹੈ? ਜੇ ਉਹ 2 ਸਾਲ ਲਈ ਆ ਤਾਂ ਅਗਲੇ ਸਾਲ ਪ੍ਰਿੰਸੀਪਲ ਆ 12,000 ਹੋਊ, ਕਿਉਂਕਿ 12,000 ਉੱਤੇ ਵਿਆਜ ਬਣਦਾ। ਇਹਦਾ ਮਤਲਬ ਇਹ 12,000 ਕੀ ਸੀ? ਪਹਿਲੇ ਸਾਲ ਦੀ ਅਮਾਊਂਟ। ਗੱਲ ਨੂੰ ਸਮਝੋ, ਜਿਹੜਾ ਕੰਪਾਊਂਡ ਇੰਟਰਸਟ ਵਿੱਚ ਵਿਆਜ ਲੱਗਦਾ ਨਾ, ਮੰਨ ਲਓ ਜੇ ਤੀਸਰੇ ਸਾਲ ਦਾ ਵਿਆਜ ਲਾਉਣਾ, ਤਾਂ ਜਿਹੜਾ ਵਿਆਜ ਲੱਗੂਗਾ ਉਹ ਲੱਗੂਗਾ 2 ਸਾਲ ਦੀ ਅਮਾਊਂਟ ਉੱਪਰ। ਮਤਲਬ ਕਿ ਇੱਕ ਤਾਂ ਪ੍ਰਿੰਸੀਪਲ ਪਲੱਸ 2 ਸਾਲ ਦਾ ਕੀ ਹੋਊਗਾ ਉਹਦੇ ਵਿੱਚ? ਵਿਆਜ ਐਡ ਹੋਊਗਾ, ਫਿਰ ਉਹਦੇ ਉੱਪਰ ਆਪਾਂ ਵਿਆਜ ਲਾਵਾਂਗੇ। ਚਲੋ ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਆਪਾਂ ਸਿੰਪਲ ਇੱਕ ਹੋਰ ਡਿਫਰੈਂਸ ਮੈਂ ਤੁਹਾਨੂੰ ਸਮਝਾਉਣਾ ਡਿਟੇਲ ਦੇ ਵਿੱਚ ਵੀ ਕੀ ਡਿਫਰੈਂਸ ਹੁੰਦਾ ਇਹਦੇ ਵਿੱਚ। ਠੀਕ ਹੈ ਜੀ, ਤੇ ਜ਼ਿਆਦਾ ਖਲਾਰਾ ਸਲਾਈਡ ਹੀ ਕਰ ਆ ਦੇਖੋ। ਫਿਰ ਮੈਨੂੰ ਇਹਦੀ ਸਮਝ ਨਹੀਂ ਆਉਂਦੀ, ਬੋਰਡ ਤੇ ਪੜ੍ਹਾਉਣਾ ਸੌਖਾ। ਆਪਣੇ ਕੋਲ ਮੰਨ ਲਓ ਵੀ ਆਪਾਂ ਕਿਸੇ ਤੋਂ 1,000 ਰੁਪਈਆ ਕੀ ਲੈ ਲਿਆ ਉਧਾਰ। ਬੜੀ ਗੱਲ ਨੂੰ ਧਿਆਨ ਨਾਲ ਸਮਝੋ, ਜੇ ਸਿੰਪਲ ਤੇ ਕੰਪਾਊਂਡ 'ਚ ਹੁੰਦਾ। ਆਰ ਉਹ ਆਪਾਂ ਨੂੰ ਲਾ ਰਿਹਾ ਜੀ 10%, ਟਾਈਮ ਆ ਮੰਨ ਲਓ 2 ਸਾਲ। ਠੀਕ ਹੈ ਜੀ, ਇਹ ਹੈਗਾ ਜੀ ਸਿੰਪਲ ਇੰਟਰਸਟ। ਦੂਸਰੇ ਪਾਸੇ ਹੈ ਜੀ ਕੰਪਾਊਂਡ ਇੰਟਰਸਟ।
ਪ੍ਰਿੰਸੀਪਲ ਇੱਧਰ ਵੀ ਸੇਮ ਹੀ ਹੈ ਜੀ 10% ਤੇ ਟਾਈਮ 2 ਸਾਲ। ਹੁਣ ਦੇਖੋ ਪਹਿਲੇ ਸਾਲ ਵਿਆਜ ਕੀ ਹੁੰਦਾ ਜੀ ਪ੍ਰਿੰਸੀਪਲ ਜਿੰਨੀ ਆਪਾਂ ਨੂੰ ਆਰ ਦਿੱਤੀ ਹੋਈ ਆ ਓਨੇ % ਪ੍ਰਿੰਸੀਪਲ ਉੱਪਰ ਵਿਆਜ ਹੁੰਦਾ। ਦੇਖੋ ਪ੍ਰਿੰਸੀਪਲ ਕਿੰਨਾ 1000 ਰੁਪਏ 1000 ਦਾ 10% ਕਿਵੇਂ ਨਿਕਲੂਗਾ ਜੀ 10ਵਾਂ ਹਿੱਸਾ 100 ਰੁਪਏ ਮਤਲਬ ਕਿ ਪਹਿਲੇ ਸਾਲ ਦਾ ਵਿਆਜ ਕਿੰਨਾ ਆਇਆ 100 ਰੁਪਿਆ ਸਿੰਪਲ। ਹੁਣ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਤਾਂ ਹਰ ਸਾਲ ਹੀ ਸੇਮ ਲੱਗਣਾ ਤਾਂ ਫਿਰ ਦੂਸਰੇ ਸਾਲ ਵੀ ਵਿਆਜ ਕਿੰਨਾ ਆਊਗਾ 100 ਰੁਪਿਆ ਹੀ ਆਊਗਾ ਠੀਕ ਹੈ ਜੀ। ਇੱਧਰ 2 ਸਾਲ ਦਾ ਵਿਆਜ ਕਿੰਨਾ ਬਣਦਾ ਜੀ 200 ਰੁਪਏ ਸੌਖਾ ਕੰਮ। ਹੁਣ ਦੇਖੋ ਜਦੋਂ ਆਪਾਂ ਕੰਪਾਊਂਡ ਇੰਟਰਸਟ ਲਾਵਾਂਗੇ ਆਪਾਂ ਇਸ ਡੱਬੇ 'ਚ ਵਿਆਜ ਲਿਖਣਾ ਪਹਿਲੇ ਸਾਲ ਦਾ ਪਹਿਲੇ ਸਾਲ ਆਪਾਂ ਉਸ ਬੰਦੇ ਨੂੰ ਕਿੰਨੇ ਰੁਪਏ ਦਿੱਤੇ 1000 ਰੁਪਏ ਵਿਆਜ ਤਾਂ ਕੋਈ ਬਣਿਆ ਹੀ ਨਹੀਂ ਇਹਦਾ ਮਤਲਬ ਵਿਆਜ ਕੀ ਤੇ ਲੱਗੂ 1000 ਤੇ ਲੱਗੂ ਤੇ 1000 ਦਾ ਜਦੋਂ 10% ਕੱਢਾਂਗੇ ਤਾਂ ਕਿੰਨਾ ਆਊਗਾ 100 ਰੁਪਏ। ਇਹ ਹੁਣ ਗੱਲ ਯਾਦ ਰੱਖਣੀ ਆ ਜਦੋਂ ਪ੍ਰਿੰਸੀਪਲ ਆਰ ਜਾਂ ਫਿਰ ਸਾਰੇ ਦਾ ਸਾਰਾ ਸਮ ਸੇਮ ਹੋਵੇ ਤੇ ਪਹਿਲੇ ਸਾਲ ਦਾ ਕੰਪਾਊਂਡ ਇੰਟਰਸਟ ਤੇ ਸਿੰਪਲ ਇੰਟਰਸਟ ਸੇਮ ਹੁੰਦੇ ਆ ਬਟ ਇੱਕ ਕੰਡੀਸ਼ਨ ਹੋਰ ਆ ਕੰਪਾਊਂਡ ਇੰਟਰਸਟ ਐਨੂਅਲੀ ਹੋਣਾ ਚਾਹੀਦਾ ਇਹ ਗੱਲ ਦਾ ਖਿਆਲ ਰੱਖੋ ਜੀ। ਉਹ ਹਾਫ ਈਅਰਲੀ ਜਾਂ ਕੁਆਟਰਲੀ ਨਹੀਂ ਹੋਣਾ ਚਾਹੀਦਾ ਫਿਰ ਇਹ ਦੋਨੇ ਸੇਮ ਨਹੀਂ ਹੋਣਗੇ ਇਹ ਦੋਨੇ ਸੇਮ ਨਹੀਂ ਆਉਣਗੇ ਜੇਕਰ ਉਹ ਐਨੂਅਲ ਸੌਰੀ ਹਾਫ ਈਅਰਲੀ ਜਾਂ ਕੁਆਟਰਲੀ ਇਹ ਤੁਹਾਨੂੰ ਬਾਅਦ 'ਚ ਦੱਸੂਗਾ ਵੀ ਹਾਫ ਈਅਰਲੀ ਤੇ ਕੁਆਟਰਲੀ ਕੀ ਹੁੰਦਾ। ਬਸ ਇਹ ਗੱਲ ਯਾਦ ਰੱਖੋ ਜੀ ਵੀ ਫਸਟ ਪਹਿਲੇ ਸਾਲ ਦਾ ਕੰਪਾਊਂਡ ਤੇ ਸਿੰਪਲ ਹਮੇਸ਼ਾ ਕੀ ਹੁੰਦੇ ਆ ਸੇਮ ਹੁੰਦੇ ਆ ਸੇਮ ਅਮਾਊਂਟ ਤੇ ਠੀਕ ਹੈ ਤੇ ਸੇਮ ਹੀ ਜਦੋਂ ਆਪਾਂ ਨੂੰ ਆਰ ਦਿੱਤੀ ਹੋਵੇ। ਹੁਣ ਦੇਖੋ ਜਦੋਂ ਦੂਸਰੇ ਸਾਲ ਆਪਾਂ ਵਿਆਜ ਲਾਉਣਾ ਕੰਪਾਊਂਡ ਇੰਟਰਸਟ ਇਸ ਡੱਬੇ ਵਿੱਚ ਠੀਕ ਹੈ ਜੀ ਉੱਥੇ ਦੇਖੋ ਆਪਾਂ ਉਹ ਤੋਂ ਇੱਕ ਤਾਂ 1000 ਰੁਪਇਆ ਲੈਣਾ ਇੱਕ ਆਪਣਾ ਪਿਛਲੇ ਸਾਲ ਦਾ 100 ਰੁਪਇਆ ਕੀ ਬਣਿਆ ਪਿਆ ਵਿਆਜ। ਹੁਣ ਦੇਖੋ ਜਦੋਂ 1000 ਦਾ 10% ਕੱਢੋਗੇ ਤਾਂ ਉਹ ਕਿੰਨਾ ਆ ਜਾਊਗਾ 100 ਜਦੋਂ 100 ਦਾ 10% ਕੱਢੋਗੇ ਉਹ ਕਿੰਨਾ ਆ ਜਾਊਗਾ 10 ਰੁਪਏ। ਇਹਦਾ ਮਤਲਬ ਵਿਆਜ ਕਿੰਨਾ ਬਣ ਗਿਆ 100 ਤੇ 100 200 ਤੇ 200 10 ਰੁਪਏ ਇਹ ਕੰਪਾਊਂਡ ਇੰਟਰਸਟ ਦਾ ਫਰਕ ਹੈ ਜੀ। ਇੱਧਰ ਬਣਿਆ 200 ਰੁਪਏ ਇੱਧਰ ਕਿੰਨੇ ਬਣੇ 200 ਦਾ। ਹੁਣ ਕਰਾਉਣ ਵਾਲੇ ਕੀ ਕਰਨਗੇ ਜਿਵੇਂ ਪਹਿਲੇ ਸਾਲ ਦਾ ਵਿਆਜ ਬਣਿਆ 100 100 ਨੂੰ ਜੋੜ ਦਿਓ 1000 ਦੇ ਵਿੱਚ ਕਿੰਨਾ ਬਣ ਗਿਆ ਜੀ 1100 1100 ਦਾ 10% ਕੱਢਣਗੇ ਜੀ ਦੂਸਰੇ ਸਾਲ ਤੇ 11 ਦਾਇਆ ਕਿੰਨੇ ਹੁੰਦੇ ਆ 110 ਆਪਾਂ ਵੀ ਕੀ ਲਿਖਿਆ 110 ਲਿਖਿਆ ਭਾਵੇਂ ਤਾਂ ਇਹਨਾਂ ਤੇ ਕੱਲੇ ਉੱਪਰ 10% ਵਿਆਜ ਲਾ ਲਓ ਤੇ ਜਾਂ ਫਿਰ ਦੋਹਾਂ ਨੂੰ ਜੋੜ ਕੇ ਇਕੱਠੇ ਉੱਪਰ 10% ਵਿਆਜ ਲਓ ਆਨਸਰ ਸੇਮ ਹੀ ਆਊਗਾ ਉਹਦੇ 'ਚ ਫਰਕ ਨਹੀਂ ਆਊਗਾ ਠੀਕ ਹੈ ਜੀ। ਆਪਾਂ ਥੋੜ੍ਹਾ ਜਿਹਾ ਹੋਰ ਇਹਨੂੰ ਅੱਗੇ ਲੈ ਕੇ ਚੱਲਦੇ ਹਾਂ ਕਰ ਲਈਏ ਆਪਾਂ 2 ਸਾਲ ਦੀ ਗੱਲ ਕੀਤੀ ਸੀ ਜੇ ਆਪਾਂ ਇਹਨੂੰ 3 ਸਾਲ ਤੇ ਲੈ ਕੇ ਚੱਲਦੇ ਮੈਂ ਤੁਹਾਨੂੰ ਦੱਸਿਆ ਵੀ ਸਿੰਪਲ ਇੰਟਰਸਟ ਤਾਂ ਹਰ ਸਾਲ ਸੇਮ ਹੀ ਹੋਣਾ ਭਾਵੇਂ 100 ਸਾਲ ਹੋਵੇ ਜਦੋਂ ਕੰਡੀਸ਼ਨ ਹੀ ਨਹੀਂ ਹੁੰਦੀ ਵੀ ਸਿੰਪਲ ਦਾ ਕੀ ਮਤਲਬ ਹੁੰਦਾ ਵੀ ਹਰ ਸਾਲ ਬਰਾਬਰ ਹੀ ਵਿਆਜ ਲੱਗਦਾ ਹੈ। ਕੰਪਾਊਂਡ ਦੇ ਵਿੱਚ ਦੇਖੋ ਵੀ ਆਪਾਂ ਜਦੋਂ ਤੀਸਰੇ ਸਾਲ ਦਾ ਵਿਆਜ ਲਾਉਣਾ ਤਾਂ ਆਪਾਂ ਉਸ ਪਰਸਨ ਤੋਂ ਪੈਸੇ ਲੈਣੇ ਕਿੰਨੇ ਆਪਣੇ ਕਿੰਨੇ ਪੈਸੇ ਬਣੇ ਪਏ ਅਮਾਊਂਟ ਕਿੰਨੀ ਬਣੀ ਪਈ ਮੈਂ ਤੁਹਾਨੂੰ ਕੀ ਦੱਸਿਆ ਜਦੋਂ ਵੀ ਕਿਸੇ ਸਾਲ ਦਾ ਵਿਆਜ ਲਾਉਣਾ ਤਾਂ ਉਦੋਂ ਪਿਛਲੇ ਸਾਲਾਂ ਦੀ ਸਾਰੀ ਅਮਾਊਂਟ ਉੱਪਰ ਵਿਆਜ ਲੱਗਦਾ ਅਮਾਊਂਟ ਕੀ ਹੁੰਦੀ ਹੈ ਪ੍ਰਿੰਸੀਪਲ ਪਲੱਸ ਇੰਟਰਸਟ ਠੀਕ ਹੈ ਜੀ। ਦੇਖੋ ਕਿੰਨੇ ਰੁਪਏ ਲੈਣੇ ਆਪਾਂ ਉਹ ਤੋਂ 1000 1100 ਤੇ 1200 1210 ਰੁਪਏ ਮਤਲਬ ਕਿ ਤੀਸਰੇ ਸਾਲ ਜਿਹੜਾ ਵਿਆਜ ਲੱਗੂ ਉਹ ਕਿਹਦੇ ਉੱਤੇ ਲੱਗੂਗਾ 1210 ਉੱਪਰ ਕਿੰਨੇ ਪਰਸੈਂਟ 10% ਆਰ ਨਹੀਂ ਚੇਂਜ ਹੁੰਦੀ ਇਹ ਗੱਲ ਦਾ ਖਿਆਲ ਰੱਖਣਾ। ਤਾਂ ਕਿੰਨਾ ਆ ਗਿਆ ਜੀ ਆਪਣੇ ਕੋਲੇ 121 ਇੱਕ ਜ਼ੀਰੋ ਇੱਧਰ ਕੱਟਤੀ ਜੀ ਇੱਕ ਉੱਧਰ ਕੱਟਤੀ ਉਲਝ ਨਾ ਜਾਓਗੇ ਇੱਥੇ ਵਿਆਜ ਕਿੰਨਾ ਆਊਗਾ ਤੀਸਰੇ ਸਾਲ ਦਾ 121 ਕਿੰਨਾ ਸਾਰਿਆਂ ਨੂੰ ਆਪਾਂ ਜੋੜ ਦਾਂਗੇ ਇੱਧਰ ਵਿਆਜ ਬਣੂ 300 ਇੱਧਰ 100 ਤੇ 100 200 321 ਤੇ 331 ਕਿੰਨਾ ਵਿਆਜ ਬਣ ਗਿਆ ਜੀ ਆਪਣੇ ਕੋਲ 331 ਤੇ ਸਿੰਪਲ ਕਿੰਨਾ ਬਣਿਆ 300 ਬਾਕੀ ਅਮਾਊਂਟ ਕੁਐਸਚਨ ਆਪਣਾ ਸੇਮ ਹੀ ਦੋਨੇ ਪਾਸੇ ਦੇਖੋ ਅਮਾਊਂਟ ਸੇਮ ਆ ਆਰ ਸੇਮ ਆ ਟਾਈਮ ਸੇਮ ਆ ਹੁਣ ਆਪਾਂ 3 ਸਾਲ ਕਰਤੇ ਠੀਕ ਹੈ ਜੀ ਬਟ ਵਿਆਜ ਦੇ ਵਿੱਚ ਫਰਕ ਆ ਰਿਹਾ ਬਸ ਇਹੀ ਜਿਹੜੇ 31 ਰੁਪਏ ਵਿਆਜ ਆ ਇਹ ਜਿਹੜਾ ਵਿਆਜ ਆ ਨਾ 31 ਰੁਪਏ ਜਿਹੜਾ ਡਿਫਰੈਂਸ ਆ ਇਹ ਗੱਲ ਯਾਦ ਰੱਖੋ ਜੀ ਇਹੀ ਕੰਪਾਊਂਡ ਇੰਟਰਸਟ ਹੁੰਦਾ ਇਹ ਵਿਆਜ ਦੇ ਉੱਪਰ ਲੱਗਿਆ ਹੋਇਆ ਵਿਆਜ ਆ ਇੰਟਰਸਟ ਦੇ ਉੱਪਰ ਲੱਗਿਆ ਹੋਇਆ ਇੰਟਰਸਟ ਆ 31 ਰੁਪਏ ਠੀਕ ਹੈ ਜੀ ਲੱਗੀ ਗੱਲ ਸਮਝ ਅੱਗੇ ਦੇਖਦੇ ਹਾਂ ਜੀ ਆਪਾਂ ਥੋੜ੍ਹਾ ਜਿਹਾ ਹੋਰ ਇਹਨੂੰ ਕਰਨ ਦੇ ਤਰੀਕੇ ਕੀ ਇੱਕ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਸੌਰੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਮੰਨ ਲਓ ਜਿਵੇਂ ਇੱਥੇ ਆਪਾਂ ਇਹਨਾਂ ਸਾਰਿਆਂ ਨੂੰ ਜੋੜਿਆ ਆਹ ਸਾਰਿਆਂ ਨੂੰ ਐਡ ਕੀਤਾ ਤੇ ਫਿਰ ਆਪਾਂ ਬਣਾਇਆ 1210 ਮੈਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਇਕੱਲੇ ਉੱਪਰ ਵੀ ਵਿਆਜ ਲਾ ਸਕਦੇ ਹੋ ਤੇ ਉਹਨੂੰ ਐਡ ਕਰਕੇ ਵੀ ਵਿਆਜ ਲਾ ਸਕਦੇ ਹੋ ਦੇਖੋ ਖਲਾਰਾ ਵਾਲਾ ਪੈ ਜਾਂਦਾ ਦੇਖੋ 1000 ਉੱਪਰ ਜਦੋਂ 10% ਲਾਵਾਂਗੇ ਤਾਂ ਕਿੰਨਾ ਆਊਗਾ 100 ਰੁਪਏ 100 ਉੱਪਰ 10% ਲਾਵਾਂਗੇ ਤਾਂ ਕਿੰਨਾ ਆਊਗਾ 10 ਰੁਪਏ ਆਹ ਵਾਲੇ 100 ਉੱਪਰ 10% ਲਾਵਾਂਗੇ ਤਾਂ 10 ਰੁਪਏ ਜਾਂ 10 ਉੱਪਰ 10% ਲਾਵਾਂਗੇ ਤਾਂ ਕਿੰਨਾ ਆਊਗਾ ਦੇਖੋ 100 110 120 ਤੇ 121 ਇਹ ਵੀ ਕਿੰਨੇ ਬਣੇ 100 ਠੀਕ ਹੈ ਤੁਸੀਂ ਸਾਰਿਆਂ ਨੂੰ ਜੋੜ ਕੇ ਵੀ ਵਿਆਜ ਕੱਢ ਸਕਦੇ ਹੋ ਤਾਂ ਇਕੱਲੇ ਉੱਪਰ ਵੀ 10% ਕੱਢੋਗੇ ਤਾਂ ਆਨਸਰ ਉਨਾ ਹੀ ਆਊਗਾ ਠੀਕ ਹੈ
ਬਸ ਇੰਨੀ ਗੱਲ ਯਾਦ ਰੱਖਣੀ, ਜਦੋਂ ਤੁਸੀਂ ਇਸ ਤਰੀਕੇ ਨਾਲ ਜੇ ਤੁਸੀਂ ਕੰਪਾਊਂਡ ਇੰਟਰਸਟ ਕੱਢ ਰਹੇ ਹੋ ਨਾ ਲਾਈਨਾਂ ਜਿਹੀਆਂ ਮਾਰ ਕੇ, ਦੇਖੋ ਆ ਇੱਥੇ ਇੱਕ ਲਾਈਨ ਸੀਗੀ, ਇਹਦੇ ਤੋਂ ਪਿੱਛੇ ਕਿੰਨੀਆਂ ਅਮਾਊਂਟਸ ਸੀਗੀਆਂ ਆਪਣੇ ਕੋਲੇ? ਮਿੰਟ ਯਾਰ ਆਪਣੇ ਇਹਨੂੰ ਰਫ ਕਰ ਲਈਏ ਮਾੜਾ ਜਿਹਾ, ਫਿਰ ਦੱਸਦੇ ਹਾਂ। ਵੀ ਤੁਸੀਂ ਵਿਆਜ ਵੀ ਕੱਢ ਸਕਦੇ ਹੋ। ਕੰਮ ਸੌਖਾ ਹੀ ਆ ਜੇ ਸਮਝ ਜਾਓ ਤਾਂ। ਪੂਰੇ ਬੇਸਿਕ ਨਾਲ ਕਰਾ ਰਿਹਾ, ਕੋਈ ਔਖਾ ਕੰਮ ਨਹੀਂ ਕਰਾ ਰਿਹਾ ਅੱਜ, ਸਿਰਫ ਇਹੀ ਇੱਕੋ ਹੀ ਕੁਐਸਚਨ ਕਰਨਾ ਆਪਾਂ, ਬਾਹਲੇ ਕੁਐਸਚਨ ਨਹੀਂ ਕਰਨੇ। ਦੇਖੋ ਆਪਣੇ ਕੋਲ ਪ੍ਰਿੰਸੀਪਲ ਕਿੰਨਾ ਜੀ 1000 ਰੁਪਏ, ਆਰ ਕਿੰਨੀ ਹੈ ਜੀ 10%, ਤੇ ਟਾਈਮ ਮੰਨ ਲਓ ਆਪਣੇ ਕੋਲ 2 ਸਾਲ ਹੋਵੇ ਭਾਵੇਂ 3 ਸਾਲ ਹੋਵੇ, ਕੋਈ ਚੱਕਰ। ਤੁਸੀਂ ਪਹਿਲੇ ਸਾਲ, ਆਪਾਂ ਹੁਣ ਕੰਪਾਊਂਡ ਦੀ ਗੱਲ ਕਰ ਰਹੇ ਹਾਂ, ਠੀਕ ਆ ਸਿੰਪਲ ਛੱਡਤਾ ਬਸ, ਬਹੁਤ ਵੀਡੀਓਜ਼ ਕਰ ਲਈਆਂ ਦੀਆਂ। ਹੁਣ ਦੇਖੋ ਪਹਿਲੇ ਸਾਲ ਆਪਣੇ ਕੋਲ ਇੱਕੋ ਹੀ ਅਮਾਊਂਟ ਆ, ਤੁਸੀਂ ਆਹ ਲਾਈਨ ਦੇ ਪਿੱਛੇ ਦੇਖੋ ਕਿੰਨੀਆਂ ਅਮਾਊਂਟਸ ਪਈਆਂ, ਓਨਲੀ 1 ਅਮਾਊਂਟ, ਠੀਕ ਆ ਉਹਦਾ 10% ਕੱਢ ਦਿਓ, 1000 ਦਾ 10% ਕੱਢਿਆ ਕਿੰਨਾ ਆ ਗਿਆ। ਜਦੋਂ ਤੁਸੀਂ ਦੂਸਰੇ ਸਾਲ ਦਾ ਵਿਆਜ ਲਾਓਗੇ ਤਾਂ ਦੇਖੋ ਆਹ ਵਾਲੀ ਲਾਈਨ ਨੂੰ ਦੇਖਣਾ, ਆਹ ਵਾਲੀ, ਇਸ ਲਾਈਨ ਤੋਂ ਪਿੱਛੇ ਕਿੰਨੀਆਂ ਅਮਾਊਂਟਸ ਆ, 1 ਤੇ 2, ਤਾਂ ਇੱਥੇ 2 ਵਿਆਜ ਲੱਗਣਗੇ, ਪਹਿਲਾਂ 1000 ਦਾ 10%, ਫਿਰ 100 ਦਾ 10%, ਤੀਸਰੀ ਲਾਈਨ ਖਿੱਚ ਦਿਓ ਕਿਉਂਕਿ 3 ਸਾਲ। ਹੁਣ ਇਸ ਲਾਈਨ ਤੋਂ ਪਿੱਛੇ ਕਿੰਨੀਆਂ ਅਮਾਊਂਟਸ ਆ, 1 2 3 ਤੇ 4, ਮੈਂ ਦੁਬਾਰਾ ਦੱਸ ਦਿੰਦਾ, ਇਸ ਲਾਈਨ ਤੋਂ ਪਿੱਛੇ ਕਿੰਨੀਆਂ ਅਮਾਊਂਟਸ ਆ, ਰੰਗ ਬਦਲ ਲਈਏ ਆਪਾਂ, 1 2 3 ਤੇ 4, ਠੀਕ ਹੈ। ਤੇ ਹੁਣ ਇਹਨਾਂ ਚਾਰਾਂ ਤੇ ਵਿਆਜ ਲਾ ਦਿਓ, ਕਿੰਨੇ ਕਿੰਨੇ ਪਰਸੈਂਟ, 10%। ਇਹਨਾਂ ਨੂੰ ਤੁਸੀਂ ਐਡ ਕਰਕੇ ਵੀ ਵਿਆਜ ਕੱਢ ਸਕਦੇ ਹੋ 10%, ਜਾਂ ਇਕੱਲੇ ਇਕੱਲੇ ਤੇ ਵੀ ਵਿਆਜ ਕੱਢ ਸਕਦੇ ਹੋ 10%, ਆਨਸਰ ਦੋਨੇ ਕੇਸਿਸ ਵਿੱਚ ਸੇਮ ਆਊਗਾ, ਠੀਕ ਆ। ਦੇਖੋ 1000 ਦਾ 10% ਕਿੰਨਾ ਆ ਗਿਆ, 100, 100 ਦਾ 10% ਕਿੰਨਾ ਹੁੰਦਾ ਜੀ 10, ਆਹ ਵਾਲੇ 100 ਦਾ 10% 10, ਤੇ ਆਹ ਵਾਲੇ 10 ਦਾ 10%, ਠੀਕ ਹੈ ਜੀ। ਹੁਣ ਜਦੋਂ ਤੁਸੀਂ ਇਹਨਾਂ ਸਾਰਿਆਂ ਨੂੰ ਐਡ ਕਰੋਗੇ ਤਾਂ ਵੀ ਆਨਸਰ ਕਿੰਨਾ ਆਊਗਾ ਆਪਣੇ ਕੋਲੇ, 331 ਰੁਪਏ ਹੀ ਵਿਆਜ ਬਣੂਗਾ। ਉੱਦਾਂ ਵੀ 331 ਬਣਦਾ, ਜੇ ਜੋੜ ਕੇ ਕੱਢੋਗੇ ਤਾਂ ਇੱਦਾਂ ਵੀ ਕੀ ਬਣਦਾ, 331 ਰੁਪਏ ਹੀ ਵਿਆਜ ਬਣਦਾ, ਠੀਕ ਹੈ ਜੀ। ਹੁਣ ਦੇਖੋ ਆਪਾਂ ਹਰ ਜਗ੍ਹਾ ਇੱਦਾਂ ਤਾਂ ਵਿਆਜ ਕੱਢ ਨਹੀਂ ਸਕਦੇ, ਆਪਾਂ ਹੁਣ ਇਹਨੂੰ ਵੀ ਥੋੜ੍ਹਾ ਜਿਹਾ ਈਜ਼ੀ ਕਰਦੇ ਹਾਂ, ਸੌਖਾ ਕਰਦੇ ਹਾਂ, ਤੁਹਾਨੂੰ ਦੱਸਦਾ ਵੀ ਕਿਵੇਂ ਕਰਨਾ। ਕੁਛ ਕੁ ਤੁਹਾਨੂੰ ਫਾਰਮੂਲੇ ਯਾਦ ਰੱਖਣੇ ਪੈਣੇ ਆ, ਰੱਖਣੇ ਹੀ ਪੈਣੇ ਆ ਜੀ, ਹੱਲ ਹੈ ਨਹੀਂ ਕੋਈ। ਸਾਰਾ ਨਹੀਂ ਆਉਣਾ, ਤੁਸੀਂ ਸ਼ਾਇਦ ਕੰਪਾਊਂਡ ਇੰਟਰਸਟ ਜੇਕਰ ਪਹਿਲਾਂ ਕੀਤਾ, ਤੁਸੀਂ ਇੱਕ ਸੁਣਿਆ ਹੋਊਗਾ ਕਿਸੇ ਕੋਲੇ ਵੀ ਉਹ 221 ਵਾਲਾ ਫਾਰਮੂਲਾ ਲਾ ਰਿਹਾ, 221 ਵਾਲਾ ਜਾਂ 331 ਵਾਲਾ, ਇੱਦਾਂ ਕਰਕੇ ਫਾਰਮੂਲੇ ਲਾਉਂਦੇ ਹੁੰਦੇ ਆ ਕੰਪਾਊਂਡ ਇੰਟਰਸਟ ਕੱਢਣ ਦੇ। ਆ 2 ਸਾਲ ਦੀ ਗੱਲ ਕਰਦੇ ਹਾਂ, 2 ਸਾਲ ਦਾ ਵਿਆਜ ਆਪਾਂ ਕਿਵੇਂ ਕਰਦੇ, ਇਹ 'ਚ ਦੇਖੋ ਵੀ ਜਿਹੜਾ 100 ਵਾ ਉਹ ਕਿੰਨੇ ਵਾਰੀ ਆਇਆ, 2 ਵਾਰੀ, ਤੇ 10 ਕਿੰਨੇ ਵਾਰੀ ਆਇਆ, ਆ ਆਪਣਾ ਫਾਰਮੂਲਾ ਜੀ 2 ਸਾਲ ਦਾ, ਆ ਮੈਂ ਵਾਈ ਪਾਈ 2 ਸਾਲ 21। ਤੁਸੀਂ ਜਦੋਂ ਵੀ ਕਿਸੇ 2 ਸਾਲ ਦਾ ਵਿਆਜ ਕੱਢਣਾ ਕੰਪਾਊਂਡ ਇੰਟਰਸਟ ਦਾ, 21 ਯਾਦ ਰੱਖਣਾ, ਇੱਦਾਂ ਕਰਕੇ ਗੁਣਾ ਦੇ ਵਿੱਚ। ਹੁਣ ਦੇਖੋ ਜੇਕਰ ਤੁਸੀਂ 3 ਸਾਲ ਦਾ ਵਿਆਜ ਕੱਢਣਾ ਜੀ 30 ਈਅਰ, ਤੇ ਤੁਸੀਂ ਯਾਦ ਰੱਖਣਾ 331, ਕਹੋਗੇ 331 ਕਿੱਥੋਂ ਆਇਆ ਜੀ, ਦੇਖੋ ਤਿੰਨਾਂ ਸਾਲਾਂ ਦੇ ਵਿੱਚ ਜਿਹੜਾ 100 ਆ ਉਹ ਕਿੰਨੇ ਵਾਰੀ ਆਇਆ, 1 2 ਤੇ 3, 3 ਲਿਖਤਾ। 10 ਵੀ ਕਿੰਨੇ ਵਾਰੀ ਆਇਆ ਜੀ, 3 ਵਾਰੀ, ਫਿਰ ਮੈਂ 3 ਲਿਖਤਾ, ਤੇ 1 ਕਿੰਨੇ ਵਾਰੀ ਆਇਆ, 1 ਵਾਰੀ, ਹੁਣ ਮੈਂ 1 ਲਿਖਤਾ। ਇੱਥੋਂ ਹੀ ਚੱਕਿਆ ਗਿਆ ਜੀ, ਜਿਹੜਾ ਉੱਪਰਲਾ 100 ਆ ਨਾ ਜੀ, ਇਹ ਉਹ ਵਿਆਜ ਆ ਜਿਹੜਾ ਇਸ 1000 ਉੱਪਰ ਲੱਗ ਰਿਹਾ, ਜਿਹੜਾ ਆਹ 10 ਆ ਇਹ ਉਹ ਵਿਆਜ ਜਿਹੜਾ ਇੱਕ 100 ਉੱਪਰ ਲੱਗ ਰਿਹਾ, ਜਿਹੜਾ 1 ਆ ਉਹ ਵਿਆਜ ਜਿਹੜਾ ਇਸ 10 ਉੱਪਰ। ਹੁਣ ਕਰਨ ਦਾ ਤਰੀਕਾ ਕੀ ਹੈ, ਮਾੜਾ ਜਿਹਾ ਧਿਆਨ ਨਾਲ ਸਮਝੋ ਜੀ। ਮੰਨ ਲਓ 1000 ਰੁਪਈਆ ਆਪਣੇ ਕੋਲ ਉਹੀ ਅਮਾਊਂਟ ਆ ਪ੍ਰਿੰਸੀਪਲ, ਤੇ ਆਰ ਕਿੰਨੀ ਆਪਣੇ ਕੋਲ 10%। ਜਦੋਂ ਤੁਸੀਂ 2 ਸਾਲ ਦਾ ਵਿਆਜ ਕੱਢਣਾ, ਤੁਸੀਂ ਚੁੱਪ ਕਰਕੇ ਕੀ ਲਿਖਣਾ ਨਾ, 21। ਪਹਿਲਾਂ ਤੁਸੀਂ 1000 ਦਾ 10% ਕੱਢਣਾ, ਕਿੰਨਾ ਆ ਜਾਊਗਾ ਜੀ 100, ਫਿਰ ਤੁਸੀਂ ਇਸੇ ਹੀ 100 ਦਾ 10% ਕੱਢਣਾ ਤਾਂ ਕਿੰਨਾ ਆ ਜਾਊਗਾ 10, ਤੇ 100 ਨੂੰ 2 ਨਾਲ ਗੁਣਾ ਕਰ ਦੇਣੀ ਹੈ 200, 10 ਨੂੰ 1 ਨਾਲ ਗੁਣਾ ਕਰ ਦੇਣੀ ਹੈ 10, ਤੇ ਵਿਆਜ ਕਿੰਨਾ ਬਣ ਗਿਆ 210। ਯਾਦ ਕਰੋ ਆਪਣਾ ਵਿਆਜ 210 ਹੀ ਬਣਿਆ ਸੀ 2 ਸਾਲ ਦਾ। ਹੁਣ ਦੇਖੋ ਜੇ 3 ਸਾਲ ਦਾ ਕੱਢਣਾ ਤਾਂ ਪਹਿਲਾਂ 1000 ਦਾ 10% ਕਿੰਨਾ ਆ ਗਿਆ ਜੀ 100, 100 ਦਾ 10% ਕਿੰਨਾ ਆ ਗਿਆ ਜੀ 10, 10 ਦਾ 10% ਕਿੰਨਾ ਆ ਗਿਆ 1। ਜੇ ਤੁਹਾਨੂੰ ਪਰਸੈਂਟੇਜ ਨਹੀਂ ਕੱਢਣੀ ਆਉਂਦੀ ਫਿਰ ਵੀ ਔਖਾ, ਪਰਸੈਂਟੇਜ ਥੋੜ੍ਹੀ ਜਿਹੀ ਸਿੱਖ ਲਓ ਜੇ, ਮੈਂ ਪਰਸੈਂਟੇਜ ਦੀ ਵੀਡੀਓ ਨਹੀਂ ਬਣਾਈ, ਬਣਾ ਦੂੰਗਾ। ਇਹ ਕਿੰਨਾ ਬਣ ਗਿਆ 331, ਤੇ ਇੱਧਰ ਵੀ ਵਿਆਜ ਕਿੰਨਾ ਬਣਿਆ 331। ਮਤਲਬ ਇੰਨਾ ਸਾਰਾ ਖਲਾਰਾ ਪਾਉਣ ਦੀ ਬਜਾਏ ਤੁਸੀਂ ਇਸ ਤਰੀਕੇ ਨਾਲ ਵੀ ਵਿਆਜ ਕੱਢ ਸਕਦੇ ਹੋ, ਠੀਕ ਹੈ ਜੀ। ਪਰਸੈਂਟੇਜ ਮੈਂ ਤੁਹਾਨੂੰ ਫਿਰ ਦੱਸ ਦਿੰਦਾ, ਮੰਨ ਲਓ ਜਿਵੇਂ ਤੁਸੀਂ 100 ਦਾ 10% ਕੱਢਣਾ ਤਾਂ ਗੁਣਾ 10/100 ਕਰ ਸਕਦੇ ਹੋ। ਮਤਲਬ ਵੈਸੇ ਤਾਂ ਪਰਸੈਂਟੇਜ ਕੱਢਣ ਦੇ ਬਹੁਤ ਸਾਰੇ ਤਰੀਕੇ ਹੁੰਦੇ ਆ, ਉਹ ਉਦੋਂ ਸਿਖਾਏ ਜਾਂਦੇ ਜਦੋਂ ਪਰਸੈਂਟੇਜ ਟੌਪਿਕ ਕੀਤਾ ਹੋਵੇ ਆਪਾਂ, ਠੀਕ ਹੈ, ਕਰ ਰਹੀ ਹੋਈ ਹੈ ਵੀ ਕਿਵੇਂ ਕੱਢ ਸਕਦੇ ਹਾਂ ਕਿਵੇਂ ਨਹੀਂ। ਜੇ ਜਮਾਂ ਹੀ ਨਹੀਂ ਵਾਹ ਚੱਲਦੀ, ਤੁਹਾਨੂੰ ਜਮਾਂ ਹੀ ਨਹੀਂ ਆਉਂਦੀ ਪਰਸੈਂਟੇਜ ਕੱਢਣੀ, ਤਾਂ ਬਸ ਤਾਂ ਇੱਕ ਤਰੀਕਾ ਜਿਹਦਾ ਜਿੰਨੇ ਪਰਸੈਂਟ ਕੱਢਣਾ, ਮੰਨ ਲਓ ਤੁਸੀਂ 2550 ਦਾ
30% ਕੱਢਣਾ, ਦੋਹਾਂ ਨੂੰ ਗੁਣਾ ਕਰੋ ਤੇ ਬਟਾ 100 ਲਾ ਦਿਓ ਤੇ ਆਪੇ ਕੱਟ ਕਟਾ ਕੇ ਆਂਸਰ ਆ ਜਾਊਗਾ। ਠੀਕ ਹੈ ਜੀ, ਇੰਨੀ ਕੁ ਗੱਲ ਯਾਦ ਰੱਖੋ ਜੀ। ਹੁਣ ਤੁਹਾਨੂੰ ਆਹ ਤਰੀਕਾ ਸਮਝ ਆ ਗਿਆ ਜੀ। ਜੇ 2 ਸਾਲ ਦਾ ਵਿਆਜ ਕੱਢਣਾ ਤਾਂ 21 ਨਾਲ ਗੁਣਾ ਕਰਨੀ, 3 ਸਾਲ ਦਾ ਵਿਆਜ ਕੱਢਣਾ 331 ਨਾਲ। ਇਹ ਤੁਹਾਨੂੰ ਯਾਦ ਕਰਨਾ ਪੈਣਾ ਜੀ, ਇੰਨੀ ਕੁ ਤੁਹਾਨੂੰ ਹਿੰਮਤ ਕਰਨੀ ਪੈਣੀ, ਮਿਹਨਤ ਕਰਨੀ ਪੈਣੀ। ਹੁਣ ਦੂਸਰੀ ਗੱਲ ਤੁਸੀਂ ਸਿੱਖਿਆ ਹੋਊਗਾ ਕਿ ਆਪਣਾ ਇੱਕ ਫਾਰਮੂਲਾ ਵੀ ਹੁੰਦਾ ਜੀ, ਅਮਾਊਂਟ ਦਾ ਫਾਰਮੂਲਾ ਹੁੰਦਾ, ਆਪਾਂ ਉਹ ਵੀ ਦੇਖ ਲੈਂਦੇ ਹਾਂ। ਵਿਆਜ ਕੱਢਣ ਦਾ 2-3 ਤਰੀਕੇ ਹੁੰਦੇ ਆ, ਤੁਹਾਨੂੰ ਸਾਰੇ ਦੱਸਾਂਗੇ। ਇੱਕ ਤਾਂ ਸਿੰਪਲ ਇੰਟਰਸਟ ਦਾ ਫਾਰਮੂਲਾ ਹੁੰਦਾ ਜੀ, ਪ੍ਰਿੰਸੀਪਲ ਇੰਟੂ ਆਰ ਇੰਟੂ ਟੀ ਡਿਵਾਈਡ ਬਾਈ 100। ਮੂਲਧਨ ਗੁਣਾ ਦਰ ਗੁਣਾ ਸਮਾਂ ਬਟਾ 100। ਇੱਕ ਸੌਖਾ ਜਿਹਾ ਫਾਰਮੂਲਾ। ਜਿਹੜਾ ਇਹ ਫਾਰਮੂਲਾ ਨਾ, ਇਹਦੇ ਤੋਂ ਕੱਲਾ ਇੰਟਰਸਟ ਨਿਕਲੂਗਾ। ਠੀਕ ਹੈ ਜੀ, ਕੱਲਾ ਕੀ ਨਿਕਲੂਗਾ? ਵਿਆਜ ਕੱਢਣ ਦਾ ਫਾਰਮੂਲਾ ਜੀ। ਬਟ ਜਦੋਂ ਤੁਸੀਂ ਕੰਪਾਊਂਡ ਇੰਟਰਸਟ ਦਾ ਫਾਰਮੂਲਾ ਕਰੋਗੇ ਨਾ, ਤਾਂ ਉਹ ਵਿਆਜ ਕੱਢਣ ਦਾ ਨਹੀਂ ਹੁੰਦਾ ਜੀ, ਉਹ ਨਿਕਲਦੀ ਹੈ ਉਹਦੇ ਤੋਂ ਅਮਾਊਂਟ। ਆਪਣੇ ਕੋਲੇ ਫਾਰਮੂਲਾ ਹੁੰਦਾ ਅਮਾਊਂਟ ਦਾ। ਅਮਾਊਂਟ ਕੀ ਹੁੰਦੀ ਹੈ? ਟੋਟਲ ਰਾਸ਼ੀ, ਪ੍ਰਿੰਸੀਪਲ ਪਲੱਸ ਇੰਟਰਸਟ, ਇਹ ਤੁਹਾਨੂੰ ਪਤਾ ਹੀ ਹੈ। ਇਹਦੇ 'ਚ ਕੀ ਫਾਰਮੂਲਾ ਹੁੰਦਾ? ਪੀ ਪ੍ਰਿੰਸੀਪਲ ਇੰਟੂ ਮੂਲਧਨ, ਮਤਲਬ ਬ੍ਰੈਕਿਟ 1 ਪਲੱਸ ਆਰ ਬਟਾ 100 ਦੀ ਪਾਵਰ n। ਦੇਖੋ ਜਿਹੜੀ ਇਹ n ਆ ਨਾ, n, ਇਹ ਅਸਲ ਦੇ ਵਿੱਚ ਟਾਈਮ ਹੀ ਹੁੰਦਾ, ਪਰ ਇੱਥੇ t ਲਿਖਿਆ ਜਾਂਦਾ, ਇੱਥੇ n ਲਿਖਿਆ ਜਾਂਦਾ। ਇਹਦੇ ਵਿੱਚ ਵੀ ਫਰਕ ਹੈ ਜੀ, n ਤੇ t ਕਿਉਂ ਲਿਖਿਆ ਜਾਂਦਾ? ਇੱਥੇ ਜਿਹੜਾ ਟਾਈਮ ਆਉਂਦਾ ਹਮੇਸ਼ਾ ਸਾਲਾਂ ਵਿੱਚ। ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਕੰਪਾਊਂਡ ਇੰਟਰਸਟ ਹੁੰਦਾ, ਉਹ ਈਅਰਲੀ ਵੀ ਹੁੰਦਾ, ਹਾਫ ਈਅਰਲੀ ਵੀ ਹੁੰਦਾ ਤੇ ਕੁਆਟਰਲੀ ਵੀ ਹੁੰਦਾ। ਹੁਣ ਜਦੋਂ ਮੰਨ ਲਓ ਵੀ ਤੁਹਾਡੇ ਕੋਲੇ 1 ਸਾਲ ਦਾ ਟਾਈਮ ਦਿੱਤਾ ਤੇ ਵਿਆਜ ਉਹਨਾਂ ਨੇ ਕਹਿਤਾ ਹਾਫ ਈਅਰਲੀ, ਤੇ ਹਾਫ ਈਅਰਲੀ ਦੇ ਵਿੱਚ ਵਿਆਜ ਹਾਫ ਈਅਰਲੀ ਦਾ ਮਤਲਬ ਹੁੰਦਾ ਵੀ 6-6 ਮਹੀਨਿਆਂ ਬਾਅਦ ਵਿਆਜ ਲਾਉਣਾ, ਤੇ ਸਾਲ ਵਿੱਚ 6-6 ਮਹੀਨਿਆਂ ਬਾਅਦ ਵਿਆਜ ਕਿੰਨੇ ਵਾਰੀ ਲੱਗ ਜੂ? 2 ਵਾਰੀ। ਜੇ ਤਾਂ ਟੀ ਲਿਖਾਂਗੇ, ਟੀ ਦਾ ਮਤਲਬ ਹੁੰਦਾ ਵੀ ਟਾਈਮ ਆਊ ਈਅਰ ਦੇ ਵਿੱਚ ਹੀ। ਠੀਕ ਆ, ਫਿਰ ਤਾਂ 1 ਸਾਲ ਹੀ ਆਊਗਾ। ਬਟ ਜਿੱਥੇ ਐਨ ਲਿਖਿਆ, ਐਨ ਦਾ ਮਤਲਬ ਕੀ ਆ ਵੀ ਕਿੰਨੇ ਵਾਰੀ ਵਿਆਜ ਲੱਗ ਰਿਹਾ? 2 ਵਾਰੀ ਵਿਆਜ ਲੱਗ ਰਿਹਾ, ਭਾਵੇਂ ਸਾਲ ਕਿੰਨਾ? 1 ਹੀ ਆ। ਤੇ ਇਸ ਲਈ ਇਹਦਾ ਐਨ ਦਾ ਕੀ ਮਤਲਬ ਹੁੰਦਾ? ਨੰਬਰ ਆਫ ਟਾਈਮ, ਵੀ ਕਿੰਨੇ ਵਾਰ ਵਿਆਜ ਲੱਗ ਰਿਹਾ। ਜੇ ਕੁਆਟਰਲੀ ਆ ਜੇ, ਮੰਨ ਲਓ ਕੁਆਟਰਲੀ ਦੇ ਵਿੱਚ 1 ਸਾਲ ਦਾ ਤੁਹਾਨੂੰ ਟਾਈਮ ਦਿੱਤਾ ਉਹਨਾਂ ਨੇ, ਤੇ ਕੁਆਟਰਲੀ ਦਾ ਮਤਲਬ ਹੁੰਦਾ 3-3 ਮਹੀਨਿਆਂ ਬਾਅਦ ਵਿਆਜ ਲੱਗਣਾ। ਠੀਕ ਹੈ ਜੀ, ਕਿੰਨੇ ਮਹੀਨਿਆਂ ਬਾਅਦ? 3-3 ਮਹੀਨਿਆਂ ਬਾਅਦ। ਤੇ ਇੱਥੇ ਐਨ ਦਾ ਕੀ ਮਤਲਬ ਆ ਵੀ ਇਹ ਦੱਸੋ ਵੀ ਕਿੰਨੇ ਵਾਰ ਵਿਆਜ ਲੱਗ ਰਿਹਾ। ਤੇ ਭਾਵੇਂ ਟਾਈਮ ਤਾਂ 1 ਸਾਲ ਹੀ, ਬਟ ਵਿਆਜ ਕਿੰਨੇ ਵਾਰੀ ਲੱਗਿਆ? 4 ਵਾਰੀ। ਤੇ ਇਸ ਲਈ ਐਨ ਦੀ ਵੈਲਿਊ ਕਿੰਨੀ ਆਊਗੀ? 4 ਆਊਗੀ। ਠੀਕ ਹੈ, ਇਹ ਵੈਸੇ ਆਪਣੇ ਪੇਪਰ ਨਾਲ ਰਿਲੇਟਡ ਕੋਈ ਇਹਦੇ 'ਚ ਹੈ ਨਹੀਂ, ਆਪਾਂ ਨੂੰ ਉੱਥੇ ਨਹੀਂ ਪੁੱਛਣਗੇ ਵੀ ਐਨ ਹੀ ਕਿਉਂ ਲਿਖਦੇ ਆ, ਆਪਾਂ ਵੈਸੇ ਦੱਸਤਾ ਤੁਹਾਨੂੰ ਜਨਰਲ ਨੌਲੇਜ। ਠੀਕ ਆ, ਉਲਝ ਨਾ ਜਾਓ ਜੇ ਐਵੇਂ ਪਤਾ ਨਹੀਂ ਕੀ ਦੱਸੀ ਜਾਂਦੇ। ਤੇ ਤੁਸੀਂ ਇੰਨੀ ਯਾਦ ਗੱਲ ਰੱਖੋ ਜੇ, ਇੱਥੇ ਕੀ ਆਉਂਦਾ ਆਪਣੇ ਕੋਲ? ਐਨ ਆਉਂਦਾ। ਠੀਕ ਹੈ ਜੀ, ਹੁਣ ਦੇਖੋ ਪ੍ਰਿੰਸੀਪਲ ਕਿੰਨਾ ਸੀ ਜੀ ਆਪਣਾ, ਉਹੀ ਕੁਐਸਚਨ ਕਰਨਾ ਆਪਾਂ। 1000 ਰੁਪਇਆ। 1 ਪਲੱਸ ਆਰ ਕਿੰਨੀ ਸੀ ਜੀ ਆਪਣੇ ਕੋਲ? 10% ਬਟਾ 100, ਤੇ ਟਾਈਮ ਕਿੰਨਾ ਸੀ? 2 ਸਾਲ। ਹੁਣ ਤੁਸੀਂ ਕਹੋਗੇ 2 ਹੀ ਕਿਉਂ ਲਿਖਿਆ? ਤਾਂ ਆਪਾਂ ਦਿੱਤਾ ਹੀ ਨਹੀਂ। ਜਿੱਥੇ ਕੁਛ ਵੀ ਨਾ ਦਿੱਤਾ ਹੋਵੇ ਉਹ ਐਨੂਅਲ ਹੀ ਹੁੰਦਾ, ਬਸ ਬਾਹਰ ਨਹੀਂ ਉਲਝਣਾ। ਠੀਕ ਹੈ, ਇੱਥੇ ਆਪਾਂ ਐਨੂਅਲੀ ਕਰੀ ਜਾਂਦੇ ਆ, ਮਤਲਬ ਕਿ ਸਾਲ ਬਾਅਦ ਹੀ ਵਿਆਜ ਲੱਗਣਾ, ਤੇ 2 ਸਾਲਾਂ 'ਚ ਕਿੰਨੇ ਵਾਰੀ ਵਿਆਜ ਲੱਗੂਗਾ? 2 ਵਾਰੀ ਲੱਗੂਗਾ। 3 ਸਾਲਾਂ ਵਾਲਾ ਵੀ ਬਾਅਦ 'ਚ ਕਰ ਲਵਾਂਗੇ। 1000, ਜ਼ੀਰੋ ਨਾਲ ਜ਼ੀਰੋ ਕੈਂਸਲ, 1 ਪਲੱਸ 1/10 ਦੀ ਪਾਵਰ 2। ਠੀਕ ਹੈ ਜੀ, ਹੁਣ ਮੈਂ ਇਕੱਲਾ ਸਟੈਪ ਲਿਖ ਦਿੰਦਾ, ਵੈਸੇ ਮੈਂ ਲਿਖ ਕੇ ਨਹੀਂ ਦਿੰਦਾ ਹੁੰਦਾ। ਹੁਣ ਦੇਖੋ 1 ਦੇ ਵਿੱਚ 1 ਪਲੱਸ 10 1/10 ਜੋੜਨਾ ਆਪਾਂ। ਹੁਣ ਇਹਨੂੰ ਜੋੜਨ ਦੇ ਤਰੀਕੇ ਕੀ ਹੁੰਦੇ ਆ ਜੀ? ਤੁਸੀਂ ਇਹਨੂੰ ਇਹਦੇ ਨਾਲ ਗੁਣਾ ਕਰੋ। 10 ਏਕਮ 10, 10 ਤੇ 1 ਕਿੰਨਾ ਹੋ ਗਿਆ ਜੀ? 11/10 ਦਾ ਕਰ ਸਕਦੇ ਹੋ। 11/10 ਦੀ ਪਾਵਰ 2। ਜੇ ਇੱਦਾਂ ਨਹੀਂ ਆਉਂਦਾ ਤਾਂ ਵੈਸੇ ਐਲਸੀਐਮ ਨਾਲ ਜੋੜਨਾ ਹੁੰਦਾ ਜੀ ਆਪਾਂ ਨੂੰ। ਜੇ ਕੋਈ ਇੱਥੇ ਵੈਲਿਊ ਹੋਵੇ, ਮੰਨ ਲਓ ਜਿਵੇਂ ਇੱਥੇ ਆ ਗਿਆ ਤਾਂ 1, ਇਹਦੇ ਬਟੇ ਕੁਛ ਨਹੀਂ ਹੁੰਦਾ, ਉਹਦੇ ਬਟੇ 1 ਹੁੰਦਾ ਜੀ, ਜ਼ੀਰੋ ਨਹੀਂ ਹੁੰਦੀ। ਗੱਲ ਦਾ ਖਿਆਲ ਰੱਖਣਾ। 10 ਤੇ 1 ਦਾ ਐਲਸੀਐਮ ਕਿੰਨਾ ਆ ਗਿਆ? 10। ਇਹ ਵਾਲੀ ਜਿਹੜੀ ਐਲਸੀਐਮ ਹੁੰਦਾ ਨਾ, ਐਲਸੀਐਮ ਹੁੰਦਾ ਲੋਐਸਟ ਕਾਮਨ ਮਲਟੀਪਲ। ਵੈਸੇ ਉਹ ਟੌਪਿਕ ਵੱਖਰਾ ਹੈ, ਸਮਝਾ ਨਹੀਂ ਸਕਦਾ ਮੈਂ ਤੁਹਾਨੂੰ। 10 ਨੂੰ ਪਹਿਲਾਂ ਨੀਚੇ ਵਾਲੀ ਵੈਲਿਊ ਨਾਲ, ਇਹਨੂੰ ਬੋਲਦੇ ਹੁੰਦੇ ਨਿਊਮੀਨੇਟਰ, ਇਹਨੂੰ ਬੋਲਦੇ ਹੁੰਦੇ ਜੀ ਡਿਨੋਮੀਨੇਟਰ। ਜੋ ਵੀ ਤੁਹਾਡਾ ਐਲਸੀਐਮ ਆਇਆ, ਵੈਸੇ ਦੱਸਣ ਵਾਲੀ ਗੱਲ ਤਾਂ ਹੈ ਨਹੀਂ ਕਿ ਜਵਾਕਾਂ ਵਾਲਾ ਕੰਮ ਆ। ਸੁਣ ਲਓ, 10 ਨੂੰ ਤੁਸੀਂ ਪਹਿਲਾਂ ਡਿਨੋਮੀਨੇਟਰ ਨਾਲ ਡਿਵਾਈਡ ਕਰਨਾ। ਡਿਵਾਈਡ, ਜਦੋਂ 10 ਨੂੰ 1 ਤੇ ਡਿਵਾਈਡ ਕਰਾਂਗੇ 10, ਤੇ ਉਹ 10 ਨੂੰ ਉੱਪਰਲੇ ਪਾਸੇ ਆਪਾਂ ਕੀ ਕਰਨੀ ਹੈ? ਮਲਟੀਪਲਾਈ। ਜੋ ਵੀ ਵੈਲਿਊ ਆਊਗੀ, ਕਿੰਨਾ ਆ ਗਿਆ ਆਪਣੇ ਕੋਲ। ਹੁਣ ਉਸੇ ਤਰੀਕੇ ਨਾਲ ਇਹ ਵਾਲੇ ਐਲਸੀਐਮ ਇਹਦੇ ਨਾਲ ਡਿਵਾਈਡ ਕਰਨਾ। 10 ਨੂੰ 10 ਤੇ ਭਾਗ ਕੀਤਾ, 1 ਡਿਵਾਈਡ ਭਾਗ, 1 ਨੂੰ 1 ਨਾਲ ਗੁਣਾ ਕੀਤੀ, ਤੇ ਦੋਹਾਂ ਨੂੰ ਜੋੜਿਆ, ਕਿੰਨਾ ਬਣ ਗਿਆ? 11/10। ਨਹੀਂ ਤਾਂ ਆਹ ਸਿੱਧਾ ਕੰਮ ਹੈਗਾ, 10 × 10, 10 ਤੇ 1 11/10। ਜੇ ਇੱਥੇ ਥੱਲੇ ਵੈਲਿਊ ਕੋਈ ਹੋਰ ਹੈ ਨਹੀਂ ਗੀ ਤਾਂ, ਜੇ ਹੈਗੀ ਆ ਫਿਰ ਨਹੀਂ ਆਪਾਂ ਇੱਦਾਂ ਐਡ ਕਰ ਸਕਦੇ। 1000 ਸੀ, 11/10 ਕਿੰਨੇ ਵਾਰੀ ਆਊਗਾ ਜੀ? 2 ਵਾਰੀ, ਕਿਉਂਕਿ ਪਾਵਰ ਕਿੰਨੀ ਹੈ ਜੀ ਉਹਦੀ? 2 ਆ। ਠੀਕ ਹੈ ਜੀ, ਅੰਕ ਬਦਲੀਏ, ਬਹੁਤ ਟਾਈਮ ਹੋ ਗਿਆ ਹਰਾ। ਜ਼ੀਰੋ ਨਾਲ ਦੋਵੇਂ ਜ਼ੀਰੋ ਕੈਂਸਲ। ਆਹ ਜ਼ੀਰੋ ਮੈਂ ਇਹਦੇ ਨਾਲ ਨਹੀਂ ਕੱਟੀ,
ਆਹ 0 ਇਹਦੇ ਨਾਲ ਕੱਟੀ ਆ ਅਤੇ ਆਹ 0 ਇਹਦੇ ਨਾਲ ਕੱਟੀ ਆ। ਕਿਉਂਕਿ ਨਾ ਮੇਰੇ ਕੋਲ ਕਈ ਇੱਦਾਂ ਦੇ ਸਟੂਡੈਂਟ ਆਉਂਦੇ ਆ ਆਫਲਾਈਨ ਪੜ੍ਹਨ, ਉਹ ਉੱਪਰ ਪਈਆਂ ਜ਼ੀਰੋਆਂ ਨੂੰ ਉੱਪਰ ਹੀ ਕੱਟ ਦਿੰਦੇ ਆ। ਇੰਨੀਆਂ ਮਹਾਨ ਹਸਤੀਆਂ ਹੁੰਦੀਆਂ ਅਤੇ ਲੱਗਣਾ ਉਹਨਾਂ ਨੇ ਪਤਾ ਨਹੀਂ ਕਿਹੜੇ ਅਫਸਰ ਹੁੰਦਾ। 10 ਸਾਲ ਐਵੇਂ ਮੱਥਾ ਮਾਰਿਆ ਹੁੰਦਾ 10ਵੀਂ ਤੱਕ ਉਹਨਾਂ ਨੇ। ਠੀਕ ਹੈ ਜੀ। ਹੁਣ ਦੇਖੋ 11 11 ਕਿੰਨੇ ਹੁੰਦੇ ਆ? 121। ਆਹ 0 ਬਚ ਗਈ ਅਤੇ ਨਾਲ 1। ਹੁਣ ਦੇਖੋ ਧਿਆਨ ਨਾਲ, ਆਪਣੇ ਕੋਲੇ ਆਇਆ 1210 ਰੁਪਏ, ਬਟ 1210 ਤਾਂ ਆਪਣਾ ਵਿਆਜ ਹੀ ਨਹੀਂ ਬਣਿਆ ਸੀ। ਯਾਦ ਕਰੋ, ਜਦੋਂ 2 ਸਾਲ ਦਾ ਵਿਆਜ ਕੱਢਿਆ ਸੀ, ਆਪਣਾ ਵਿਆਜ ਕਿੰਨਾ ਬਣਿਆ ਸੀਗਾ? ਸਿਰਫ 210 ਰੁਪਏ ਵਿਆਜ ਬਣਿਆ ਸੀ। ਠੀਕ ਹੈ ਨਾ ਜੀ। ਹੁਣ ਦੇਖੋ ਮੈਂ ਤੁਹਾਨੂੰ ਕੀ ਦੱਸਿਆ ਵੀ ਇਹ ਫਾਰਮੂਲਾ ਕਾਹਦਾ? ਅਮਾਊਂਟ ਦਾ। ਅਮਾਊਂਟ ਦਾ ਕੀ ਮਤਲਬ ਹੁੰਦਾ ਜੀ? ਪ੍ਰਿੰਸੀਪਲ ਪਲੱਸ ਇੰਟਰਸਟ। ਇਹਦਾ ਮਤਲਬ 1210 ਰੁਪਏ ਤਾਂ ਟੋਟਲ ਆਏ ਆ। ਠੀਕ ਹੈ, ਇਹਦੇ ਵਿੱਚੋਂ ਆਪਾਂ ਪ੍ਰਿੰਸੀਪਲ ਕੀ ਕਰਾਂਗੇ? ਮਾਈਨਸ ਕਰਾਂਗੇ, ਘਟਾਓ ਕਰਾਂਗੇ, ਘਟਾਓ। ਕਿੰਨਾ ਆਪਣੇ ਕੋਲ ਕਿੰਨਾ ਬਣ ਗਿਆ? 210 ਰੁਪਏ ਕੀ ਆ ਗਿਆ? ਆਪਣਾ ਵਿਆਜ ਆ ਗਿਆ। ਠੀਕ ਹੈ ਜੀ। 3 ਤਰੀਕੇ ਦੱਸ ਦਿੱਤੇ ਗਏ ਆ ਤੁਹਾਨੂੰ। ਇੱਕ ਤਾਂ ਇੱਦਾਂ ਕਰਕੇ ਲੈਣਾ ਜੀ ਆ, ਮਾਰ ਮਾਰ ਕੇ ਵਿਆਜ ਕੱਢਣਾ। ਇੱਕ 2 1 3 3 1 ਵਾਲਾ, ਇੱਕ ਤੁਹਾਨੂੰ ਆ ਫਾਰਮੂਲੇ ਨਾਲ ਵਿਆਜ ਕੱਢਣਾ ਦੱਸ ਦਿੱਤਾ। ਠੀਕ ਹੈ ਜੀ। ਤੁਸੀਂ ਜੋ ਮਰਜ਼ੀ ਵਰਤੋ, ਤੁਹਾਡੀ ਮਰਜ਼ੀ ਹੈ। ਪਰ ਜੇ ਵੈਸੇ ਇਹ ਵੀ ਤੁਹਾਨੂੰ ਦੱਸਾਂਗੇ ਵੀ ਕਿਹੜੇ ਕੁਐਸਚਨ ਉੱਪਰ ਕਿਹੜਾ ਫਾਰਮੂਲਾ ਵਧੀਆ ਰਹਿੰਦਾ। ਕਈ ਵਾਰੀ ਕੋਈ ਇਹ ਵਾਲਾ ਫਾਰਮੂਲਾ ਜਿਹੜਾ ਇਹ ਬੰਦੇ ਨੂੰ ਫਸਾ ਵੀ ਦਿੰਦਾ, ਕੈਲਕੂਲੇਸ਼ਨ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਅਤੇ ਇੱਥੇ ਬੈਠਾ ਰਹਿੰਦਾ ਬੰਦਾ ਲੈ ਕੇ ਇੱਕ ਸਵਾਲ ਨੂੰ। ਠੀਕ ਹੈ ਜੀ। ਹੁਣ ਆਪਾਂ ਅਗਲੇ ਕੁਐਸਚਨ ਦੇਖਦੇ ਹਾਂ। ਇੱਥੋਂ ਤੱਕ ਸਮਝ ਆਈ ਗਈ ਹੋਊਗੀ ਤੁਹਾਨੂੰ ਲਗਭਗ। ਠੀਕ ਹੈ ਜੀ। ਇੱਕ ਅੱਧਾ ਕੁਐਸਚਨ ਆਪਾਂ ਇਹਦੇ ਨਾਲ ਦਾ ਹੋਰ ਕਰ ਲੈਂਦੇ ਹਾਂ। ਕੋਈ ਸ਼ਾਇਦ ਕੁਐਸਚਨ ਹੈਗੇ ਆ, ਦੇਖੋ। ਠੀਕ ਕਹਿੰਦੇ ਆ ਜੀ, ਫਾਈਂਡ ਕੰਪਾਊਂਡ ਇੰਟਰਸਟ ਔਨ ਰੁਪੀਜ਼ 7500 ਐਟ 4% ਪਰ ਐਨਮ ਫॉर 2 ਈਅਰ ਕੰਪਾਊਂਡਡ ਐਨੂਅਲੀ। ਦੇਖੋ ਐਨੂਅਲੀ ਦਿੱਤਾ, ਮੈਨੂੰ ਦੱਸਿਆ ਸੀ ਨਾ, ਐਨੂਅਲੀ ਹੁੰਦਾ, ਇੱਕ ਹਾਫ ਈਅਰਲੀ ਹੁੰਦਾ, ਇੱਕ ਹੁੰਦਾ ਕੁਆਟਰਲੀ। ਮੈਂ ਫਿਰ ਇੱਕ ਵਾਰ ਦੱਸ ਦਿੰਦਾ, ਵੈਸੇ ਅਗਲੀ ਵੀਡੀਓ 'ਚ ਦੱਸਾਂਗੇ ਡਿਟੇਲ ਦੇ ਵਿੱਚ ਕੀ ਹੁੰਦਾ। ਜਿੱਥੇ ਐਨੂਅਲੀ ਉਹਦਾ ਮਤਲਬ ਹੁੰਦਾ ਜੀ ਸਾਲ ਬਾਅਦ ਹੀ ਵਿਆਜ ਲੱਗਣਾ। ਜਿੱਥੇ ਹਾਫ ਈਅਰਲੀ ਆ ਉਹਦਾ ਮਤਲਬ ਹੁੰਦਾ ਜੀ 6 ਮਹੀਨਿਆਂ ਬਾਅਦ ਵਿਆਜ ਲੱਗਦਾ। ਜੇ ਕੁਆਟਰਲੀ ਆ ਜੇ ਉਹਦਾ ਮਤਲਬ ਹੁੰਦਾ 3 ਮਹੀਨਿਆਂ ਬਾਅਦ ਵਿਆਜ ਲੱਗਦਾ। ਜੇ ਤੁਹਾਡੇ ਕੋਲ ਕੋਈ ਸੇਵਿੰਗ ਅਕਾਊਂਟ ਆ, ਸਾਰਿਆਂ ਕੋਲ ਹੀ ਹੁੰਦਾ ਸੁਖਣਾ, ਅਤੇ ਤੁਸੀਂ ਚੈੱਕ ਕਰੋ ਜੇ ਕਈ ਬੈਂਕ ਤਾਂ ਸਾਲ ਬਾਅਦ ਤੁਹਾਡੇ ਸੇਵਿੰਗ ਉੱਪਰ ਜੋ ਵੀ ਉਹ 3% 3.5% ਜਾਂ 4% ਆਪਾਂ ਨੂੰ ਇੰਟਰਸਟ ਦਿੰਦੇ ਆ। ਕਈ ਤਾਂ ਸਾਲ ਬਾਅਦ ਐਡ ਕਰਦੇ ਹੁੰਦੇ ਆ, ਕੋਈ 6 ਮਹੀਨਿਆਂ ਬਾਅਦ ਐਡ ਕਰਦਾ ਹੁੰਦਾ, ਅਤੇ ਕੋਈ ਬੈਂਕ 3 ਮਹੀਨਿਆਂ ਬਾਅਦ ਹੀ ਆਪਣਾ ਵਿਆਜ ਐਡ ਕਰੀ ਜਾਂਦਾ ਰਹਿੰਦਾ। ਕਾਪੀ ਚੈੱਕ ਕਰੋ ਜੀ। ਚਲੋ ਛੱਡੋ, ਆ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਆਪਾਂ ਕੁਐਸਚਨ ਸੋਲਵ ਕਰਦੇ ਹਾਂ। ਆਪਾਂ ਕੱਢਣਾ ਜੀ ਵਿਆਜ। ਆਪਣੇ ਕੋਲ ਪ੍ਰਿੰਸੀਪਲ ਕਿੰਨਾ ਦਿੱਤਾ ਜੀ? 75। ਆਰ ਕਿੰਨੀ ਆ? 4%। ਅਤੇ ਟਾਈਮ ਕਿੰਨਾ ਜੀ? 2 ਸਾਲ। 2-3 ਤਰੀਕੇ ਮੈਂ ਤੁਹਾਨੂੰ ਦੱਸਿਆ ਸੀਗਾ। ਪਹਿਲਾ ਤਰੀਕਾ ਤਾਂ ਜੀ ਇੱਦਾਂ ਲੈਣਾ ਵਾ, ਤਿੰਨੇ ਤਰੀਕੇ ਕਰਾ ਦਿੰਦੇ ਆ, ਕੋਈ ਗੱਲ ਨਹੀਂ। ਪਹਿਲਾਂ ਕੰਮ ਕੀ ਆ, ਇਸ ਲਾਈਨ ਤੋਂ ਪਿੱਛੇ ਦੇਖਿਆ ਜਾਵੇ ਕਿ ਆਪਣੇ ਕੋਲ ਕਿਹੜੀ ਅਮਾਊਂਟ ਆ। ਇਸ ਲਾਈਨ ਤੋਂ ਪਿੱਛੇ ਆਪਣੇ ਕੋਲ ਸਿਰਫ ਇੱਕੋ ਹੀ ਅਮਾਊਂਟ ਆ 75। ਤਾਂ 7500 ਦਾ ਕਿੰਨੇ ਪਰਸੈਂਟ ਕੱਢਾਂਗੇ? 4%। ਠੀਕ ਹੈ। ਵੈਸੇ 7500 ਦਾ 4% ਤੁਸੀਂ ਇੱਦਾਂ ਕੱਢ ਸਕਦੇ ਹੋ। ਠੀਕ ਹੈ। ਦੂਸਰੀ ਗੱਲ ਇੱਦਾਂ ਕੱਢ ਸਕਦੇ ਹੋ ਕਿ ਜਿਹੜਾ 7500 ਉਹਦਾ 1% ਹੁੰਦਾ 75, ਅਤੇ ਉਹਨੂੰ ਸਿੱਧੀ 4 ਨਾਲ ਗੁਣਾ ਕਰ ਦਿਓ। ਤੀਸਰਾ ਕੰਮ ਤੁਸੀਂ ਫਰੈਕਸ਼ਨ ਵਾਲੇ ਹੁੰਦੇ ਆ ਜੀ ਕਈ। 4% ਦੀ ਫਰੈਕਸ਼ਨ ਵੈਲਿਊ ਹੁੰਦੀ ਆ 1/25, ਇਹਦੇ ਬਟਾ 25 ਕਰ ਦਿਓ। ਕਿੰਨਾ ਆਊਗਾ ਹਰ ਕੇਸ ਦੇ ਵਿੱਚ? 300 ਹੀ ਆਊਗਾ ਜੀ। ਠੀਕ ਹੈ ਜੀ। ਮਤਲਬ ਕਿ ਪਹਿਲੇ ਸਾਲ ਦਾ ਵਿਆਜ ਕਿੰਨਾ ਆ ਗਿਆ? 300। ਹੁਣ ਦੇਖੋ ਦੂਸਰੀ ਲਾਈਨ ਆ, ਆਹ ਵਾਲੀ ਲਾਈਨ ਆ, ਇਦੋਂ ਪਿੱਛੇ ਦੇਖਣਾ ਜੀ ਆਪਾਂ ਕਿੰਨੀਆਂ ਅਮਾਊਂਟਸ ਪਈਆਂ, ਕਿਹੜੀਆਂ ਕਿਹੜੀਆਂ ਅਮਾਊਂਟਸ ਪਈਆਂ? ਇੱਕ 7500 ਪਿਆ, ਇੱਕ 300 ਪਿਆ। ਦੋਵਾਂ ਉੱਤੇ ਵਿਆਜ ਲਾ ਦਿਓ ਕਿੰਨੇ ਪਰਸੈਂਟ? 4%। ਜਾਂ ਦੋਹਾਂ ਨੂੰ ਐਡ ਕਰ ਲਓ, 7700 ਦਾ 4% ਲਾ ਦਿਓ, ਜਾਂ ਫਿਰ ਦੋਹਾਂ 'ਤੇ ਇਕੱਲੇ ਇਕੱਲੇ ਲਾ ਦਿਓ। ਹੁਣ 7500 ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਵੀ ਤੁਸੀਂ ਜੋੜ ਕੇ ਕੱਢੋ, ਕਿਉਂਕਿ ਚੱਕਰ ਕੀ ਹੈ ਵੀ ਜੋੜ ਕੇ ਕੱਢਣ ਨਾਲ ਨਵਾਂ ਵਿਆਜ ਕੱਢਣਾ ਪੈ ਜਾਂਦਾ। ਹੁਣ ਦੇਖੋ 7500 'ਤੇ ਜਦੋਂ ਤੁਸੀਂ 4% ਲਾਓਗੇ, ਤੁਹਾਨੂੰ ਪਹਿਲਾਂ ਹੀ ਪਤਾ 300 'ਤੇ ਤੁਸੀਂ 300 ਚੁੱਪ ਕਰਕੇ ਲਿਖ ਦੋਗੇ। ਹੁਣ ਰਹਿ ਗਿਆ 300। 300 ਦਾ 1% ਕਿੰਨਾ ਦਾ? 3, ਅਤੇ ਉਹਨੂੰ 4 ਨਾਲ ਗੁਣਾ ਕਰ, ਕਿੰਨਾ ਆ ਗਿਆ? 12। 300 ਦਾ 4% ਕਿੰਨਾ ਆ ਗਿਆ? 12। ਜੇ ਨਹੀਂ ਸਮਝ ਲੱਗੀ, 300 ਗੁਣਾ 4/100, 2 ਜ਼ੀਰੋਆਂ ਨਾਲ 2 ਜ਼ੀਰੋਆਂ ਕੱਟੀਆਂ, ਕਿੰਨਾ ਆ ਗਿਆ? 12। ਠੀਕ ਹੈ ਜੀ। ਜੇ ਕਿਸੇ ਨੂੰ ਇਹ ਚੀਜ਼ ਦਾ ਨਹੀਂ ਪਤਾ ਕਿ ਮੈਂ ਇਕੱਲਾ 3 ਕਿਵੇਂ ਲਿਖਦਾ, ਤਾਂ ਗੱਲ ਯਾਦ ਰੱਖੋ ਜੀ, ਕੋਈ ਵੀ ਵੈਲਿਊ ਆ, ਮੰਨ ਲਓ ਤੁਹਾਡੇ ਕੋਲੇ ਆਪਾਂ ਲੈਂਦੇ ਹਾਂ 2764 ਰੁਪਏ, ਹਰ ਇੱਕ ਵੈਲਿਊ ਆਪਦੇ ਆਪ ਵਿੱਚ ਕਿੰਨੇ ਪਰਸੈਂਟ ਦੇ ਬਰਾਬਰ ਹੁੰਦੀ ਹੈ ਜੀ? 100% ਦੇ ਬਰਾਬਰ ਹੁੰਦੀ। ਜੇਕਰ ਤੁਸੀਂ ਉਹਦਾ 10% ਕੱਢਣਾ ਚਾਹੁੰਦੇ ਹੋ, ਤਾਂ ਇੱਕ ਡਿਜਿਟ ਛੱਡ ਕੇ ਪੁਆਇੰਟ ਲਾ ਦਿਓ, ਕਿੰਨਾ ਆ ਜਾਊਗਾ? 276 ਰੁਪਏ ਅਤੇ 4 ਪੈਸੇ।
ਜੇ ਤੁਸੀਂ ਉਹਦਾ 1% ਕੱਢਣਾ ਚਾਹੁੰਦੇ ਹੋ ਤਾਂ 2 ਡਿਜਿਟ ਛੱਡ ਕੇ ਪੁਆਇੰਟ ਲਾ ਦਿਓ, ਕਿੰਨਾ ਆ ਜਾਊਗਾ 27 ਰੁਪਏ 64 ਪੈਸੇ। ਠੀਕ ਹੈ, ਇੱਥੇ ਪੁਆਇੰਟ ਉਸੇ ਤਰੀਕੇ ਨਾਲ 300 ਦੇ ਵਿੱਚ ਜਦੋਂ ਆਪਾਂ 2 ਡਿਜਿਟ ਛੱਡ ਕੇ ਪੁਆਇੰਟ ਲਾਵਾਂਗੇ ਤਾਂ ਆਪਣੇ ਕੋਲ ਕਿੰਨਾ ਰਹਿ ਜਾਊਗਾ, ਇਕੱਲਾ 3, ਤੇ 3 ਕੀ ਹੋਊਗਾ ਫਿਰ 300 ਦਾ 1%। ਜੇ ਆਪਾਂ ਇਹਦਾ 4% ਕੱਢਣਾ ਤੇ 4 ਕੀ ਕਿੰਨਾ, ਹਾਂ ਜਦੋਂ ਪਰਸੈਂਟੇਜ ਟੌਪਿਕ ਕੀਤਾ ਨਾ ਉਦੋਂ ਤੁਹਾਨੂੰ ਸਮਝਾਵਾਂਗੇ ਸਾਰਾ ਕੁਛ। ਹੁਣ ਦੇਖੋ ਟੋਟਲ ਵਿਆਜ ਕਿੰਨਾ ਆ ਗਿਆ, 300 ਤੇ 300 600 ਤੇ 12 ਕਿੰਨਾ ਹੋ ਗਿਆ 612 ਰੁਪਏ ਆਪਣਾ ਆਂਸਰ ਆ। ਇਹ ਸੀਗਾ ਪਹਿਲਾ ਤਰੀਕਾ। ਹੁਣ ਸੁਣੋ ਦੂਸਰਾ ਤਰੀਕਾ। ਰਹੀ ਜਾਂਦਾ ਦੇਖੋ ਦੇਖੋ ਦੂਸਰਾ ਤਰੀਕਾ ਕਿਹੜਾ ਸੀਗਾ, ਅਮਾਊਂਟ ਵਾਲਾ ਜਾਂ ਫਿਰ ਆਪਣਾ 2-1 ਵਾਲਾ। ਯਾਦ ਕਰੋ ਮੈਂ ਲਿਖਾਇਆ ਸੀ ਜਦੋਂ 2 ਸਾਲ ਦਾ ਵਿਆਜ ਕੱਢਣਾ ਤਾਂ 2-1 ਵਾਲਾ ਫਾਰਮੂਲਾ ਲਾ ਲਓ। ਪਹਿਲਾਂ 7500 ਦਾ ਕਿੰਨੇ ਪਰਸੈਂਟ ਕੱਢ ਲਾਂਗੇ ਜੀ ਆਪਾਂ, 4%। ਹੁਣੇ ਕੱਢ ਕੇ ਹਟਿਆ, ਕਿੰਨਾ ਆ ਜਾਊਗਾ 300। ਫਿਰ 300 ਦਾ 4% ਕੱਢਾਂਗੇ 12, ਇਹ ਕਿੰਨਾ ਬਣ ਗਿਆ 600, ਤੇ ਇੱਧਰ ਬਣ ਗਿਆ 12 ਤੇ ਕਿੰਨਾ ਬਣ ਗਿਆ 612 ਰੁਪਏ। ਸੌਖਾ ਹੀ ਇਹ ਵੀ ਕੰਮ, ਆ ਜ਼ਿਆਦਾ ਸੌਖਾ ਮੇਰੇ ਹਿਸਾਬ ਨਾਲ। ਜੇ ਅਮਾਊਂਟ ਵਾਲਾ ਫਾਰਮੂਲਾ ਲਾਉਣਾ ਜੀ, ਜੇ ਨਹੀਂ ਟਲਦੇ ਚੰਗਾ ਹੀ, ਕਈਆਂ ਨੂੰ ਫਾਰਮੂਲਾ ਹੀ ਚੰਗਾ ਲੱਗਦਾ ਹੁੰਦਾ ਜੀ, ਉਹਨਾਂ ਨੂੰ ਕਹਿ ਦਿਓ ਵਿਆਜ ਕੱਢ ਦਿਓ ਫਾਰਮੂਲਾ ਲਿਖਣਗੇ ਜੀ, ਪੂਰਾ ਪੂਰਾ ਪੇਜ ਭਰ ਦਿੰਦੇ ਆ, ਆਦਤ ਹੁੰਦੀ ਹੈ ਕਈਆਂ ਨੂੰ, ਫੀਸ ਸਿਖਾਉਣ ਵਾਲੇ ਇੱਦਾਂ ਦਿੰਦੇ। ਪ੍ਰਿੰਸੀਪਲ ਕਿੰਨਾ ਜੀ ਆਪਣੇ ਕੋਲ 7500, 1 ਪਲੱਸ ਆਰ ਕਿੰਨੀ ਹੈ ਜੀ 4 ਬਟਾ 100, ਪਾਵਰ ਕਿੰਨੀ ਆ ਗਈ 2, 7500 1, 4 ਨੂੰ 100 ਤੇ ਕੱਟਿਆ ਜੀ 25, 1 ਬਟਾ 25 ਪਾਵਰ ਕਿੰਨੀ ਆ ਗਈ 2, 7500 25 ਏਕਮ 25, 25 ਤੇ ਇੱਕ ਕਿੰਨਾ ਹੁੰਦਾ ਜੀ 26 ਬਟਾ 25। ਮੈਂ ਤੁਹਾਨੂੰ ਦੱਸਿਆ ਵੀ ਜਦੋਂ ਇਦਾਂ ਵੈਲਿਊ ਹੋਵੇ ਥੱਲੇ ਨਾ ਹੋਵੇ ਇਹਨੂੰ ਸਿੱਧੀ ਇਹਦੇ ਨਾਲ ਗੁਣਾ ਕਰ ਲਓ, ਜੇ ਪਲੱਸ ਆ ਤੇਰੇ ਵਿੱਚ ਪਲੱਸ ਕਰ ਦਿਓ, ਜੇ ਮਾਈਨਸ ਆ ਤੇ ਵਿੱਚ ਮਾਈਨਸ। ਹੁਣ ਕੀ ਲਿਖਾਂਗੇ ਜੀ ਆਪਾਂ 7500 ਗੁਣਾ 26 ਬਟਾ 25 ਤੇ 26 ਬਟਾ 25 ਦੋ ਵਾਰੀ ਲਿਖਾਂਗੇ, 25 ਤੀਆ 75 ਦੋ ਜੀਰੋਆਂ, 25 ਬਾਰੀਆ ਹੁੰਦੇ ਆ ਜੀ 300। ਹੁਣ ਇਹਨਾਂ ਨੂੰ ਗੁਣਾ ਕਰ ਲਓ, 26 26 676 ਤੇ ਉਹਨੂੰ ਗੁਣਾ ਕੀਤੀ ਆਪਾਂ ਜੀ 12 ਨਾਲ, 6 ਦੂਣੀ 12, 14 1 15, 12 1 ਤੇ ਤੋਂ ਬਾਅਦ 676 ਉਦਾਂ ਹੀ ਆ ਜਾਊਗਾ ਕਿਉਂਕਿ ਇੱਕ ਨਾਲ ਹੀ ਗੁਣਾ ਕਰਾਂਗੇ। 2 11 10 11 8 ਕਿੰਨਾ ਆ ਗਿਆ ਜੀ ਆਪਣੇ ਕੋਲ 8112। ਤੇ ਮੈਂ ਤੁਹਾਨੂੰ ਦੱਸਿਆ ਸੀ ਕਾਹਦਾ ਫਾਰਮੂਲਾ ਜੀ ਅਮਾਊਂਟ ਦਾ, ਤੇ ਇਹ ਕੀ ਆਈ ਆਪਣੇ ਕੋਲ ਅਮਾਊਂਟ ਆਈ ਹੈ, ਤੇ ਇਹਦੇ ਵਿੱਚੋਂ ਪ੍ਰਿੰਸੀਪਲ ਕੀ ਕਰਾਂਗੇ ਘਟਾਓ ਕਰਾਂਗੇ, ਘਟਾਓ ਘਟਾਓ ਕਰ ਲਓ 2 1 ਤੇ ਇੱਥੇ ਇੱਧਰੋਂ ਹੱਥ ਲਾਊਗਾ, ਇੱਥੇ ਬਣ ਜੂ 11, 11 ਚੋਂ 5 ਕੱਢੇ 6 ਤੇ ਇੱਥੇ 7 ਰਹਿ ਜੀ, 7 ਚੋਂ 7 ਕੱਢੀ 0। ਆਪਣਾ ਵਿਆਜ ਕਿੰਨਾ ਆ ਗਿਆ 612 ਰੁਪਏ। ਤਿੰਨੇ ਤਰੀਕਿਆਂ ਨਾਲ ਆਪਾਂ ਸਵਾਲ ਕੱਢਤਾ, ਤੁਹਾਡੀ ਮਰਜ਼ੀ ਹੈ ਜੋ ਚੰਗਾ ਲੱਗਦਾ ਕਰੋ। ਅਗਲਾ ਸਵਾਲ ਦੇਖੋ, ਇਹਦੇ ਤੇ ਨਹੀਂ ਮੈਂ ਤਿੰਨੇ ਕਰਾਉਣੇ, ਇੱਕ ਹੀ ਕਰਾਊਂਗਾ। ਦੇਖੋ 20000 ਪ੍ਰਿੰਸੀਪਲ ਹੈ ਜੀ ਆਪਣਾ, ਵਿਆਜ ਕਿੰਨਾ ਆਰ ਆਪਣੀ 10%, ਤੇ ਟਾਈਮ ਕਿੰਨਾ 3 3 ਸਾਲ ਵਾਲਾ ਮੈਂ ਤੁਹਾਨੂੰ ਤਰੀਕਾ ਦੱਸਿਆ ਸੀ, ਵੈਸੇ ਸਭ ਤੋਂ ਸੌਖਾ ਤਰੀਕਾ ਇਹੀ ਹੁੰਦਾ 3 3 ਤੇ 1। ਹੁਣ ਇਹ ਨਾ ਪੁੱਛੋ ਜੀ 3 3 1 ਕਿੱਥੋਂ ਆਇਆ, ਕਿਤੋਂ ਆਇਆ ਵੀ ਤੁਸੀਂ ਚੁੱਪ ਕਰਕੇ 3 3 1 ਲਿਖੋ। 20000 ਦਾ 10%, ਮੈਂ ਦੱਸਿਆ ਨਾ ਜਦੋਂ 10% ਕੱਢਣਾ ਇੱਕ ਡਿਜਿਟ ਛੱਡ ਕੇ ਪੁਆਇੰਟ ਲਾ ਦਿਓ ਤਾਂ ਕਿੰਨਾ ਬਣ ਗਿਆ 2000 ਰੁਪਏ, ਤੇ ਸਭ ਤੋਂ ਪਹਿਲੇ ਤੇ ਆਊਗਾ 2000। ਹੁਣ 20000 ਦਾ ਇਹਦਾ 2000 ਦਾ ਕੱਢਣਾ ਜੀ ਆਪਾਂ ਕਿੰਨੇ ਪਰਸੈਂਟ 10%, ਜਿੰਨੇ ਪਰਸੈਂਟ ਕੱਢਣਾ ਲਿਖਿਆ ਹੁੰਦਾ ਉਨਾ ਹੀ ਕੱਢਣਾ ਹੁੰਦਾ, ਇਹਦੇ ਤੇ ਵੀ ਇੱਕ ਡਿਜਿਟ ਛੱਡ ਕੇ ਪੁਆਇੰਟ ਲਾ ਦਾਂਗੇ ਤਾਂ ਕਿੰਨਾ ਆ ਜਾਊਗਾ 200। ਹੁਣ ਇਹ 200 ਦਾ ਕੱਢਣਾ ਜੀ ਆਪਾਂ, ਇਹ ਵਾਲੇ 200 ਦਾ 10% ਤੇ ਇੱਕ ਡਿਜਿਟ ਛੱਡ ਕੇ ਪੁਆਇੰਟ ਲਾ ਦਾਂਗੇ ਤਾਂ ਕਿੰਨਾ ਆ ਜਾਊਗਾ 30। ਆ ਕਿੰਨਾ ਬਣ ਗਿਆ ਜੀ 6000, ਇਹ ਕਿੰਨਾ ਬਣ ਗਿਆ ਜੀ 600, ਇਹ ਕਿੰਨਾ ਬਣ ਗਿਆ 0 2 6 6 6 ਕਿੰਨਾ ਬਣ ਗਿਆ 6620 ਰੁਪਏ ਆਪਣਾ। ਠੀਕ ਹੈ ਜੀ, ਵਿਆਜ ਆ ਗਿਆ। ਮਾਈਨਸ ਕਿਉਂ ਵੈਸੇ ਇਹ 'ਚ ਮਾਈਨਸ ਨਹੀਂ ਕਰਨਾ ਕਿਉਂਕਿ ਇੱਥੇ ਆਪਾਂ ਸਿਰਫ ਇੰਟਰਸਟ ਕੱਢ ਰਹੇ ਹਾਂ, ਮਾਈਨਸ ਇਸ ਫਾਰਮੂਲੇ 'ਚ ਕਰੀਦਾ ਹੁੰਦਾ P1 ਪਲੱਸ ਆਰ ਬਟਾ 100 ਦੀ ਪਾਵਰ n। ਇਹ ਕਾਹਦਾ ਫਾਰਮੂਲਾ ਹੁੰਦਾ ਅਮਾਊਂਟ ਦਾ। ਅਗਲਾ ਕੁਐਸਚਨ ਫਾਈਂਡ ਕੰਪਾਊਂਡ ਇੰਟਰਸਟ ਔਨ ਰੁਪੀਜ਼ 10,000 20% ਪਰ ਐਨਮ 4 ਸਾਲ ਐਨੂਅਲੀ। ਅੱਜ ਸਾਰੇ ਐਨੂਅਲੀ ਵਾਲੇ ਆ, ਬਸ ਲਾਸਟ ਕੁਐਸਚਨ ਇਹ ਤੋਂ ਬਾਅਦ ਕੁਝ ਨਹੀਂ ਕਰਾਉਣਾ, ਅਗਲੀ ਵੀਡੀਓ 'ਚ ਕਰਾਵਾਂਗੇ ਡਿਟੇਲ ਦੇ ਵਿੱਚ। ਦੇਖੋ ਮੈਂ ਤੁਹਾਨੂੰ 2 ਸਾਲ ਦਾ ਫਾਰਮੂਲਾ ਲਿਖਾਤਾ ਸੀ, 2 ਗੁਣਾ 3 ਸਾਲ ਦਾ ਵੀ ਲਿਖਾਤਾ ਸੀ 3 3 1 ਤੇ 4 ਵਾਲਾ ਲਿਖ ਲਓ ਜੀ 4 6 4 1 46 ਤੇ 40। ਠੀਕ ਹੈ ਜੀ, ਜੇ ਤੁਸੀਂ ਪੰਜਾਬ ਦਾ ਐਗਜ਼ਾਮ ਦੇ ਰਹੇ ਹੋ ਤਾਂ ਤੁਹਾਨੂੰ 4 ਸਾਲ ਤੱਕ ਦਾ ਹੀ ਸਿੱਖਣਾ ਬਹੁਤ ਆ ਜੀ, ਇਸ ਤੋਂ ਵੱਧ ਤੁਹਾਨੂੰ ਨਹੀਂ ਉਲਝਾਉਣਾ।
ਜੇ ਤੁਸੀਂ ਐਸਐਸਸੀ ਦਾ ਐਗਜ਼ਾਮ ਦੇ ਰਹੇ ਹੋ, ਸੀਜ਼ੀਐਲ ਦਾ ਐਗਜ਼ਾਮ ਦੇਣ ਚੱਲੇ ਹੋ, ਸੀਐਚਐਸਐਲ ਦਾ ਐਗਜ਼ਾਮ ਦੇਣ ਚੱਲੇ ਹੋ, ਐਮਟੀਐਸ ਦਾ ਐਗਜ਼ਾਮ ਦੇਣ ਚੱਲੇ ਹੋ, ਉਹ 5 ਦਾ ਵੀ ਪੁੱਛ ਲੈਂਦੇ ਜੀ, ਉਹ 6 ਦਾ ਵੀ ਪੁੱਛ ਲੈਂਦੇ। ਠੀਕ ਹੈ ਜੀ। ਤੇ ਵੈਸੇ ਤਾਂ ਪੰਜਾਬ 'ਚ 25,000 ਪੋਸਟਾਂ ਆਉਣ ਵਾਲੀਆਂ, ਤਾਂ ਸੈਂਟਰ ਲੈਵਲ ਦਾ ਪੇਪਰ ਦੇਣ ਦੀ ਲੋੜ ਹੀ ਨਹੀਂ ਮੇਰੇ ਹਿਸਾਬ ਨਾਲ ਤਾਂ ਆਪਾਂ ਨੂੰ। ਪੰਜਾਬ ਦਾ ਪੇਪਰ ਦਿਓ, ਪੰਜਾਬ 'ਚ ਜੋਬ ਲੱਗੂਗੀ, ਨਜ਼ਾਰੇ ਲਓ। ਠੀਕ ਹੈ। ਸੈਂਟਰ ਲੈਵਲ ਦਾ ਪੇਪਰ ਦਿਓਗੇ, ਐਂ ਨਹੀਂ ਪਤਾ ਉਹਨਾਂ ਨੇ ਕਿੱਥੇ ਸਿੱਟਣਾ ਕਿੱਥੇ ਨਹੀਂ ਸਿੱਟਣਾ। ਜੇ ਪੰਜਾਬ 'ਚ ਮਿਲ ਵੀ ਗਈ ਜੋਬ ਤਾਂ 3 ਸਾਲਾਂ ਬਾਅਦ ਫਿਰ ਟਰਾਂਸਫਰ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ। ਠੀਕ ਹੈ ਜੀ। ਤਾਂ ਇਸ ਲਈ ਪੰਜਾਬ ਦੇ ਪੇਪਰ ਆ ਰਹੇ ਆ ਨੇੜੇ, ਮਹੀਨੇ 2 ਮਹੀਨਿਆਂ ਦਾ ਟਾਈਮ ਦਿੱਤਾ ਭਗਵੰਤ ਮਾਨ ਨੇ, ਤਿਆਰੀ ਕਰ ਲਓ। ਹੁਣ 4 ਸਾਲ ਵਾਲਾ ਕੀ ਲਿਖਾਇਆ ਜੀ ਮੈਂ ਤੁਹਾਨੂੰ, 46 ਅਤੇ 41 ਯਾਦ ਕਰ ਲਓ ਜੀ, ਭੁੱਲ ਨਾ ਜਾਓ ਜੀ ਉੱਥੇ। 44 61 ਨਾ ਕਰ ਦਿਓ ਜੀ, ਕਿਤੇ ਉਲਟ ਪੁਲਟ ਕਰ ਦਿਓ ਆਨਸਰ ਗਲਤ ਹੀ ਆਊਗਾ। ਹੁਣ ਪਹਿਲਾਂ 10,000 ਦਾ 20% ਕਿੰਨਾ ਹੁੰਦਾ ਜੀ, ਦੇਖੋ 10,000 ਦਾ 10% ਮੈਂ ਤੁਹਾਨੂੰ ਕੀ ਕਿਹਾ ਸੀ, ਇੱਕ ਡਿਜਿਟ ਛੱਡ ਕੇ ਪੁਆਇੰਟ ਲਾ ਦਿਓ, 1000 ਰੁਪਏ। ਜੇ 10% 1000 ਆ ਤਾਂ 20% ਕਿੰਨਾ ਹੋਊਗਾ ਜੀ, 2000। ਨਹੀਂ ਜਮਾਂ ਹੀ ਨਹੀਂ ਵਾਹ ਚੱਲਦੀ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੋਇਆ ਜੀ, ਗੁਣਾ 20/100 ਤੇ ਜ਼ੀਰੋਆਂ ਤਾਂ ਤੁਸੀਂ ਭੱਜ ਭੱਜ ਕੱਟੋਗੇ, 2000 ਹੀ ਆਊਗਾ। ਹੁਣ 2000 ਦਾ 20% ਕੱਢੋ, 2000 ਗੁਣਾ 20/100। ਜੇ ਕਿਸੇ ਨੂੰ ਇਹ ਲੱਗਦਾ ਨਾ ਜੀ ਇਹ 'ਚ ਕੈਲਕੂਲੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ, ਅਸਲ ਦੇ ਵਿੱਚ ਕੈਲਕੂਲੇਸ਼ਨ ਤਾਂ ਆਪਾਂ ਕਰਨੀ ਨਹੀਂ ਨਾ, ਜਿਹੜਾ ਆਹ ਕਰ ਰਹੇ ਹਾਂ ਆਪਾਂ, ਆਹ ਸੋਹਣਾ ਸੋਹਣਾ ਕੰਮ ਇਹ ਨਹੀਂ ਨਾ ਕਰਨਾ ਆਪਾਂ ਪੇਪਰ 'ਚ, ਇਹ ਮੂੰਹ ਜਮਾ ਨਹੀਂ ਕਰਨਾ। ਠੀਕ ਹੈ ਨਾ ਜੀ, ਆਹ ਸਿੱਧੀਆਂ ਆਨਸਰ ਲਿਖਣੇ ਆ। ਹੁਣ ਜਿਵੇਂ ਇੱਥੇ ਦੇਖ ਲਓ, ਇਹਦਾ 20% ਕੱਢਣਾ, ਇਹਦਾ 10% ਹੋਊਗਾ 40, ਅਤੇ 40 ਨੂੰ ਡਬਲ ਕੀਤਾ ਕਿੰਨਾ ਆ ਜਾਊਗਾ, 80। ਇਹਦਾ 10% ਕਿੰਨਾ ਹੋਊਗਾ 8, ਅਤੇ 8 ਨੂੰ ਡਬਲ ਕੀਤਾ ਕਿੰਨਾ ਆ ਜਾਊਗਾ 16। ਇਹ ਆਪਣਾ ਆਨਸਰ। ਠੀਕ ਹੈ ਜੀ। 10,000 ਦਾ 20% ਕਿੰਨਾ ਆ ਗਿਆ, 2000 ਦਾ 20% ਆ ਗਿਆ 400। ਜੇ ਨਹੀਂ ਵੀ ਸਮਝ ਆਉਂਦੀ ਤਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ। 20% ਦਾ ਮਤਲਬ ਹੁੰਦਾ ਜੀ 1/5, 100 ਦਾ ਪੰਜਵਾਂ ਹਿੱਸਾ ਹੁੰਦਾ 20। ਠੀਕ ਹੈ ਜੀ। 10,000 ਦੇ ਬਟਾ 5 ਪੰਜਵਾਂ ਹਿੱਸਾ ਕੱਢਾਂਗੇ 2000 ਆਊਗਾ, 2000 ਦਾ ਪੰਜਵਾਂ ਹਿੱਸਾ ਹੁੰਦਾ 400, 400 ਦਾ ਪੰਜਵਾਂ ਹਿੱਸਾ ਹੁੰਦਾ 80, ਅਤੇ 80 ਪੰਜਾਂ ਕਿੰਨੇ ਹੁੰਦੇ ਆ, ਸੋਰੀ 16 ਪੰਜਾਂ ਕਿੰਨੇ ਹੁੰਦੇ 80, 80 ਦਾ ਪੰਜਵਾਂ ਹਿੱਸਾ ਕਿਹੜਾ ਹੁੰਦਾ 16। ਤੇ ਇੱਕ ਨਾ ਸਭ ਤੋਂ ਵੱਡੀ ਗਲਤੀ ਜਿਹੜੇ ਜਵਾਕ ਇਹ ਵਾਲਾ ਕਨਸੈਪਟ ਕਰਨ ਲੱਗੇ ਕਰਦੇ ਆ, ਉਹ ਕੀ ਕਰਦੇ ਆ, ਆਹ ਲਿਖ ਕੇ ਨਾ ਇਹਨੂੰ ਸਿੱਧਾ ਹੀ ਜੋੜ ਦਿੰਦੇ ਆ, ਆਹ ਗੁਣਾ ਕਰਨੀ ਭੁੱਲ ਜਾਂਦੇ, ਇਹ ਨਹੀਂ ਭੁੱਲਣੀ ਕਾਫੀ। ਠੀਕ ਹੈ ਜੀ। 4 ਦੂਣੀ 8, 6 ਚੌਂਕਾ 24, 8 ਚੌਂਕਾ 32, ਤੇ 16 ਇੱਕ 6 3 7 ਤੇ 10। ਜਿੰਨੇ ਪੈਸੇ ਵਿਆਜ ਤੇ ਦਿੱਤੇ ਸੀ 10,000, ਉਦੋਂ ਵਾਲਾ ਵਿਆਜ ਬਣ ਗਿਆ 10,736। ਤੇ ਕਿਤੇ ਇਹ ਵੱਧ ਵਿਆਜ ਵੇਖ ਕੇ ਇਹਦੇ ਚੋਂ 1000 ਮਾਈਨਸ ਨਾ ਕਰ ਦਿਓ ਜੇ, ਨਹੀਂ 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 ਨਹੀਂ, ਇਹ ਇਕੱਲੇ ਵਿਆਜ ਆਇਆ ਜੀ ਆਪਣਾ ਇੰਟਰਸਟ। ਇੱਥੇ ਅਮਾਊਂਟ ਕਿੰਨੀ ਆਊਗੀ 10,736 ਦੇ ਵਿੱਚ 10,000 ਜੋੜ ਕੇ ਆਊਗੀ। ਠੀਕ ਹੈ ਜੀ। 20,736 ਰੁਪਏ ਬਣ ਗਏ 4 ਸਾਲਾਂ ਬਾਅਦ। ਓਕੇ। ਅੱਜ ਦੇ ਲਈ ਇੰਨਾ ਹੀ ਬਹੁਤ ਆ। ਓਕੇ। ਇਸ ਦਾ ਤੁਹਾਨੂੰ ਜਿਹੜਾ PDF ਹੈ ਜੀ ਉਹ ਆਪਣੇ ਟੈਲੀਗ੍ਰਾਮ ਚੈਨਲ 'ਤੇ ਮਿਲ ਜੂਗਾ, ਕਾਂਤੀ ਅਕੈਡਮੀ ਮੁਕਤਸਰ ਸਰਚ ਕਰੋ, ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ। ਠੀਕ ਹੈ ਜੀ। ਇੰਸਟਾ ਅਤੇ ਫੇਸਬੁੱਕ 'ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ, ਇੱਕੋ ਹੀ ਨਾਮ ਰੱਖਿਆ ਜੀ ਕਾਂਤੀ ਅਕੈਡਮੀ ਮੁਕਤਸਰ। ਸਾਡਾ ਆਫਲਾਈਨ ਬੈਚ ਵੀ ਤੁਸੀਂ ਜੁਆਇਨ ਕਰ ਸਕਦੇ ਹੋ, ਮੈਥ, ਰੀਜ਼ਨਿੰਗ, GK, ਇੰਗਲਿਸ਼, ਪੰਜਾਬ ਦੇ ਐਗਜ਼ਾਮ ਦੀ ਤਿਆਰੀ ਕਰਵਾਈ ਜਾਂਦੀ ਹੈ ਪੰਜਾਬ ਪੁਲਿਸ ਲਈ ਸਪੈਸ਼ਲ। ਠੀਕ ਹੈ ਜੀ। ਓਕੇ। ਜੇ ਤੁਹਾਨੂੰ ਕੋਈ ਡਾਊਟ ਆ ਤਾਂ ਮੈਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ, ਇਹ ਮੇਰਾ WhatsApp ਨੰਬਰ ਆ। ਅਤੇ ਸਾਡੀ ਅਕੈਡਮੀ ਹੈ ਨੀਅਰ ਮੰਗਾ ਪੈਟਰੋਲ ਪੰਪ, ਮਲੋਟ ਰੋਡ, ਸ਼੍ਰੀ ਮੁਕਤਸਰ ਸਾਹਿਬ। ਠੀਕ ਹੈ ਜੀ। ਮਲੋਟ ਰੋਡ 'ਤੇ ਹੀ ਹੈ ਜੀ ਅਕੈਡਮੀ ਲਗਭਗ। ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਕੰਪਾਊਂਡ ਇੰਟਰਸਟ ਦਾ। ਇਹ 'ਚ ਆਪਾਂ ਸਿਰਫ ਇਹੀ ਕੀਤਾ ਵੀ ਜਦੋਂ 2 ਸਾਲ ਦਿੱਤੇ ਆ, 3 ਸਾਲ ਦਿੱਤੇ ਆ, 4 ਸਾਲ ਦਿੱਤੇ ਆ, ਉਹਦੇ ਵਿੱਚ ਹੋਊਗਾ 2 ਸਾਲ 3 ਮਹੀਨੇ, 3 ਸਾਲ 4 ਮਹੀਨੇ, ਇੱਦਾਂ ਕਰਕੇ ਕੁਐਸਚਨ ਹੋਣਗੇ। ਠੀਕ ਹੈ ਜੀ। ਉਹਦਾ ਤਰੀਕਾ ਥੋੜ੍ਹਾ ਜਿਹਾ ਵੱਖਰਾ ਹੋਊਗਾ, ਫਾਰਮੂਲੇ ਨਾਲ ਵੀ ਕਰਾਂਗੇ, ਵੈਸੇ ਵੀ ਕਰਾਂਗੇ। ਠੀਕ ਹੈ। ਉਸ ਤੋਂ ਅਗਲੀਆਂ ਵੀਡੀਓਜ਼ ਦੇ ਵਿੱਚ ਆਪਾਂ ਕਰਾਂਗੇ ਫਿਰ ਹਾਫ ਈਅਰਲੀ, ਕੁਆਟਰਲੀ, ਇਹ ਥੋੜ੍ਹਾ ਜਿਹਾ ਲੰਮਾ ਚੱਲੂਗਾ ਜੀ। ਠੀਕ ਹੈ। ਔਖਾ ਇਸ ਲਈ ਮੈਂ ਥੋੜ੍ਹਾ ਜਿਹਾ ਆਰਾਮ ਨਾਲ ਹੀ ਕਰਾਊਂਗਾ। ਓਕੇ। ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ 'ਚ।